जनता 'च एक इतराज़ बड़ा वड्डा उठदा नज़र आ रहा। लोग कहते हैं कि जे तुसीं अकालियां की गल करते हो, कांग्रेस की गल करते हो कि उन्होंने राज भी आ कुछ हुंदा रहा, तो उन्होंने शीशा भी विखाया कि वड्डे वड्डे जिहड़े थंब सी ना लोगों ने सुट्टे, ना कि वह भगवंत मान साहब ने सुट्टे, ना केजरीवाल साहब ने, ना राघव चड्डे ने, ना होर जिहड़ा सिस्टम है सारा इन्हां दा उन्होंने नहीं सुट्टे। ये लोगों ने मन बना लिया सी कि इस वार असीं भगवंत मान नूं मुख मंत्री बनावांगे ते इन्हां लोकां नूं इन्हां दी औकात दस्सांगे कि तुसीं पंजाब नाल धरो कमाउंदे आए हो। लोग ये गल समझण लग गए ने कि साडे लीडर जिहड़े ने ना इन्हां नूं दादा साहब पाल के वाड़ देना चाहिए, क्योंकि एक्टिंग बड़ी टॉप दी करनी। नहीं मैं तुहाडी गल च ये साबका ने भी कीती है ते मौजूदा भी कर रहे ਤੇ ਹੁਣ ਆ ਕੇ ਜਦੋਂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਹਾਂ ਕਿਤੇ ਆਮ ਰੋਡ ਐਕਸੀਡੈਂਟ ਹੋ ਜਾਂਦਾ ਜਾਂ ਉਸ ਤਰ੍ਹਾਂ ਕੁਦਰਤੀ ਮੌਤ ਹੋ ਜਾਂਦੀ ਤਾਂ ਕੋਈ ਕਿਸੇ ਦੇ ਸਵਾਲ ਨਹੀਂ ਸੀ ਉੱਠਣਾ, ਪਰ ਜਦੋਂ ਇਸ ਤਰ੍ਹਾਂ ਦਾ ਮੁਕਾਬਲਾ ਬਣਾ ਕੇ ਮਾਰਿਆ ਜਾਵੇ, ਅਜਿਹੀ ਸਾਜ਼ਿਸ਼ ਕਰਕੇ ਮਾਰਿਆ ਜਾਵੇ, ਤੇ ਉੱਥੇ ਸੀਐਮ ਸਾਹਿਬ ਦਾ ਹਮਦਰਦੀ ਭਰਿਆ ਇੱਕ ਵੀ ਬਿਆਨ ਨਾ ਆਉਣਾ। ਜਾਂ ਮਾਨਸੇ ਤੁਸੀਂ ਗੱਲ ਕੀਤੀ ਆ ਕਿ ਉਹੋ ਹੀ ਪੰਜਾਬ ਹੈ ਜਿੱਥੇ ਉਹ ਕਈ ਵਾਰੀ ਕਣਕ ਦੀ ਨਾੜ ਦੀ ਅੱਗ ਬੁਝਾਉਣ ਭੱਜੇ ਫਿਰਦੇ ਹੁੰਦੇ ਸੀ, ਨੰਗੇ ਪੈਰੀ ਤੁਰੇ ਫਿਰਦੇ ਹੁੰਦੇ ਸੀ। ਉਹੀ ਮਾਨਸਾ ਆ, ਉਹੀ ਪਰਿਵਾਰ ਹੈ, ਉਹੀ ਗੱਲ ਹੈ। ਉੱਥੇ ਸਿਕਿਉਰਿਟੀ ਲੈ ਕੇ ਵੀ ਜਾ ਸਕਦੇ ਸੀ, ਉਹਦਾ ਹਮਦਰਦੀ ਜਤਾ ਸਕਦੇ ਸੀ। ਜਿਹੜੀਆਂ ਉਹਨਾਂ ਨੇ ਮੰਗਾਂ ਬਾਅਦ 'ਚ ਵੀ ਮੇਰੇ ਖਿਆਲ ਨਾਲ ਆਪਾਂ ਭਰੋਸਾ ਦਿੱਤਾ ਆ, ਆਪਾਂ ਉਹਨਾਂ ਦੇ ਘਰ ਖੜ੍ਹ ਕੇ ਵੀ ਦੇ ਸਕਦੇ ਸਾਂ। ਸੋ ਮਾਨ ਸਾਹਿਬ ਦਾ ਚਿਹਰਾ ਲੋਕ ਕਹਿੰਦੇ ਆ ਕਿ ਪਹਿਲਾਂ ਨਾਲੋਂ ਕਾਫੀ ਬਦਲ ਚੁੱਕਾ, ਜਿਉਂ ਦਾ ਸੱਤਾ ਹੱਥ ਆਈ ਆ। ਤੇ ਜੇ ਇਸ ਤਰ੍ਹਾਂ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਹੋਰ ਨੁਕਸਾਨ ਕਹਿੰਦੇ ਆ, ਉਹ ਭਾਵੇਂ ਜਵਾਨੀ ਦੇ ਰੂਪ 'ਚ ਆ, ਕਿਸਾਨੀ ਦੇ ਰੂਪ 'ਚ ਆ, ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਨੂੰ ਉਠਾਉਣਾ ਪਏਗਾ। ਦੇਖੋ WhatsApp ਹੱਥ ਕੰਗਣ ਨੂੰ ਆਰਸੀ ਦੀ ਲੋੜ ਨਹੀਂ ਹੁੰਦੀ ਜਦੋਂ ਸਬੂਤ ਸਾਹਮਣੇ ਹੋਵੇ, ਤੇ ਉੱਥੇ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ ਦਿੰਦੇ ਫਿਰ। ਜੋ ਕੁਛ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਇਹ ਜਿਨ੍ਹਾਂ ਸਾਬਕਾ ਲੀਡਰਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੀ ਅੱਜ ਤੋਂ ਸਾਲ ਪਹਿਲਾਂ ਜਾਂ 2-4-6 ਮਹੀਨੇ ਪਹਿਲਾਂ ਮੂਸੇਵਾਲੇ ਦੇ ਪ੍ਰਤੀ ਕੀ ਸਟੇਟਮੈਂਟਸ ਆਉਂਦੀਆਂ ਬਿਲਕੁਲ ਸੁਣਦੇ ਰਹੇ, ਔਰ ਅੱਜ ਉਹ ਕਿਵੇਂ ਮਗਰਮੱਛ ਦੇ ਹੰਝੂ ਵਗਾ ਰਹੇ ਨੇ, ਇਹ ਵੀ ਸਭ ਕੁਝ ਨਜ਼ਰ ਆ ਰਿਹਾ। ਇਹਦਾ ਮਤਲਬ ਇਹ ਹੈ ਕਿ ਲੀਡਰਾਂ ਨੂੰ ਵੀ ਇਹ ਸੁਚੇਤ ਹੋਣਾ ਚਾਹੀਦਾ ਕਿ ਸੱਚ ਬੋਲਿਆ ਕਰੋ। ਜੇ ਤਾਂ ਤੁਸੀਂ ਕਿਸੇ ਨੂੰ ਮਾੜਾ ਗਿਣਦੇ ਹੋ ਤਾਂ ਕੱਲ੍ਹ ਮਾੜਾ ਤੇ ਅੱਜ ਵੀ ਮਾੜਾ, ਤੇ ਜੇ ਤੁਸੀਂ ਕਿਸੇ ਨੂੰ ਚੰਗਾ ਗਿਣਦੇ ਹੋ ਤੇ ਚੰਗਾ ਹੀ ਰਹਿਣਾ। ਇਸ ਕਰਕੇ ਸੋਚ ਸਮਝ ਕੇ ਆਪਣੀ ਸਟੇਟਮੈਂਟ ਦਿਓ, ਲੋਕਾਂ ਦੇ ਮਜ਼ਾਕ ਦਾ ਪਾਤਰ ਨਾ ਬਣੋ ਕਿ ਕੱਲ੍ਹ ਤੁਸੀਂ ਕੁਝ ਕਹੋ ਤੇ ਅੱਜ ਤੁਸੀਂ ਕੁਝ ਕਹੋ। ਸੋ ਦੋਸਤੋ, ਕਦੇ ਕਦੇ ਅਜਿਹੇ ਮਾਹੌਲ ਦਾ ਸਾਹਮਣਾ ਸਾਨੂੰ ਕਰਨਾ ਪੈ ਜਾਂਦਾ ਕਿ ਨਾ ਤਾਂ ਸਵਾਗਤ ਕਰਨ ਨੂੰ ਦਿਲ ਕਰਦਾ ਤੇ ਨਾ ਹੀ ਫਤਿਹ ਬੁਲਾਉਣ ਦੀ ਸਾਂਝ ਪਾਉਣ ਨੂੰ ਦਿਲ ਕਰਦਾ। ਸੋ ਅੱਜ ਵੀ ਅਜਿਹੀ ਇੱਕ ਵਿਚਾਰ ਚਰਚਾ ਹੈ ਜੋ ਸਮੇਂ ਦੀ ਲੋੜ ਹੈ, ਕਰਨੀ ਬਣਦੀ ਹੈ, ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜੋ ਬੀਤੇ ਦਿਨੀ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਕਤਲ ਹੋ ਚੁੱਕਿਆ ਸੀ। ਸੋ ਬੜੀ ਦਰਦਨਾਕ ਤਸਵੀਰ ਜਿਹੜੀ ਆ ਉਹ ਵੇਖਣ 'ਚ ਸਾਡੇ ਸਾਹਮਣੇ ਆਈ ਕਿ ਹਰ ਕਿਸੇ ਦਾ ਮੂੰਹ ਖੁੱਲ੍ਹਿਆ ਰਹਿ ਗਿਆ ਔਰ ਸਾਰਿਆਂ ਨੇ ਇੱਕ ਤਰਾਸਦੀ ਵਜੋਂ ਵੇਖਿਆ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਸੋ ਘਟਨਾਕ੍ਰਮ ਕੀ ਵਾਪਰਿਆ ਜਾਂ ਪੰਜਾਬੀ ਗਾਇਕਾਂ ਦੇ ਨਾਲ ਹੀ ਪਿਛਲੇ ਸਮੇਂ 'ਚ ਇਸ ਤਰ੍ਹਾਂ ਕਿਉਂ ਵਾਪਰਦਾ ਹੁੰਦਾ, ਜੋ ਗੈਂਗਸਟਰ ਨਾਮੀ ਗੈਂਗਸਟਰ ਨੇ ਉਹਨਾਂ ਦੀ ਕੀ ਦੁਸ਼ਮਣੀ ਪੈ ਜਾਂਦੀ ਆ ਜਾਂ ਕਿਉਂ ਅਜਿਹੇ ਹਾਲਾਤ ਬਣ ਜਾਂਦੇ ਆ ਕਿ ਜਦੋਂ ਕੋਈ ਫਰਸ਼ ਤੋਂ ਉੱਠ ਕੇ ਅਰਸ਼ 'ਤੇ ਜਾਂਦਾ ਤਾਂ ਉਹਨੂੰ ਫਿਰ ਇਸ ਤਰ੍ਹਾਂ ਮਾਰ ਮੁਕਾ ਦਿੱਤਾ ਜਾਂਦਾ। ਸੋ ਇਸ ਚਰਚਾ ਦਾ ਹਿੱਸਾ ਬਣਨ ਲਈ ਮੇਰੇ ਨਾਲ ਭਾਈ ਜ਼ੋਰਾਵਰ ਸਿੰਘ ਜੀ ਨਾਲਾ ਮੌਜੂਦ ਨੇ ਔਰ ਪਰਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ ਕਿ ਫੇਲੀਅਰ ਕਿਸ ਦਾ ਹੈ, ਸਿਸਟਮ ਦਾ ਹੈ, ਪ੍ਰਸ਼ਾਸਨ ਦਾ ਹੈ ਜਾਂ ਕਿਹੜੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ। ਭਾਈ ਸਾਹਿਬ, ਬੜੀ ਮੰਦਭਾਗੀ ਘਟਨਾ ਹੈ ਕਿ ਸਿੱਧੂ ਮੂਸੇਵਾਲਾ ਇੱਕ ਫੇਮਸ ਸਟਾਰ ਬਣ ਚੁੱਕਾ ਸੀ। ਆਲ ਵਰਲਡ ਦੇ ਲੋਕ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਸਨ, ਮੈਂ ਤਾਂ ਇਹ ਵੀ ਖਬਰਾਂ ਸੁਣੀਆਂ ਕਿ ਪੰਜਾਬੀਆਂ ਤੋਂ ਬਾਹਰ ਜਾ ਕੇ ਵੀ ਜਿਨ੍ਹਾਂ ਦਾ ਪੰਜਾਬੀਆਂ ਦਾ ਪੰਜਾਬੀ ਬੋਲੀ ਨਾਲ ਕੋਈ ਸੰਬੰਧ ਨਹੀਂ ਸੀ, ਉਹ ਵੀ ਸਿੱਧੂ ਦੀ ਬੀਟ ਦੇ ਉੱਤੇ ਖੁਸ਼ੀ ਮਹਿਸੂਸ ਕਰਦੇ ਹੁੰਦੇ ਸੀ। ਜੋ ਘਟਨਾਕ੍ਰਮ ਵਾਪਰਿਆ, ਪਹਿਲਾਂ ਤਾਂ ਇਹ ਤੋਂ ਹੀ ਸ਼ੁਰੂ ਕਰ ਲਿਆ ਜਾਵੇ। ਕੀ ਮੰਨਦੇ ਹੋ ਕਿ ਕਿਉਂ ਹੋਇਆ? ਦੇਖੋ, ਜਿਹੜਾ ਇਹ ਘਟਨਾਕ੍ਰਮ ਹੋਇਆ ਨਿਰਸੰਦੇਹ ਬੜਾ ਮੰਦਭਾਗਾ ਹੈ। ਕਿਸੇ ਪਰਿਵਾਰ ਦੇ ਇੱਕ ਹੁੰਦਲਹੇੜ ਬੱਚੇ ਦਾ ਬੇਵਕਤ ਇਸ ਤਰ੍ਹਾਂ ਦਾ ਜਾਨ ਤੋਂ ਹੱਥ ਧੋ ਪੈਣਾ ਬਹੁਤ ਮੰਦਭਾਗਾ ਹੈ। ਉਹਦੇ ਮਾਪਿਆਂ ਦੇ ਉੱਤੇ ਕੀ ਬੀਤ ਰਹੀ ਹੈ, ਉਹਦੇ ਰਿਸ਼ਤੇਦਾਰਾਂ ਦੇ ਉੱਤੇ, ਸੱਜਣਾ ਮਿੱਤਰਾਂ ਦੇ ਉੱਤੇ ਜੋ ਇਸ ਵੇਲੇ ਦੁੱਖ ਦੀ ਘੜੀ ਤੇ ਦਾ ਸਾਹਮਣਾ ਉਹ ਕਰ ਰਹੇ ਨੇ, ਇਹਨਾਂ ਦੇ ਹਾਲਾਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਬਾਪ ਦਾ ਇਕੱਲਾ ਇਕੱਲਾ ਬੱਚਾ, ਔਰ ਉਹ ਵੀ ਇੰਨਾ ਪਰਿਵਾਰ ਨੂੰ ਪੁੱਛ ਕਰਨ ਵਾਲਾ ਕਿ ਜਿਹਦੇ ਕਰਕੇ ਉਹਦੇ ਪਿੰਡ ਦੀ ਇੱਕ ਪਛਾਣ ਨੇ ਅੰਤਰਰਾਸ਼ਟਰੀ ਤੌਰ ਦੇ ਉੱਤੇ ਨਾਮਣਾ ਖੱਟਿਆ। ਪਰਿਵਾਰ ਨੂੰ ਆਰਥਿਕ ਤੌਰ ਦੇ ਉੱਤੇ ਵੀ ਉਹਨੇ ਸਥਾਪਿਤ ਕਰਨ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ, ਭਾਵੇਂ ਬੜਾ ਥੋੜ੍ਹਾ ਸਮਾਂ ਉਹਨੂੰ ਮਿਲਿਆ। ਬੇਵਕਤੀ ਮੌਤ ਨੇ ਇੱਕ ਵਾਰ ਪੰਜਾਬ ਦਰਦੀਆਂ ਨੂੰ ਚਿੰਤਾ 'ਚ ਪਾ ਦਿੱਤਾ ਹੈ ਕਿ ਇਹ ਹਾਲਾਤ ਜਿਹੜੇ ਨੇ ਪੰਜਾਬ ਦੇ ਉਹ ਠੀਕ ਨਹੀਂ ਲੱਗਦੇ, ਕਿੱਧਰ ਨੂੰ ਜਾ ਰਹੇ ਨੇ। ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਇਸ ਵਕਤ ਕੋਈ ਸੇਫ, ਜੇ ਦੂਸਰੇ ਲਫ਼ਜ਼ਾਂ 'ਚ ਇਹ ਕਹਿ ਲਈਏ ਕਿ ਸੈਲੀਬ੍ਰਿਟੀ ਹੋਣਾ ਪੰਜਾਬ ਦੇ ਵਿੱਚ, ਭਾਵ ਲੋਕਾਂ ਦਾ ਚਹੇਤਾ ਬਣ ਜਾਣਾ,
ਵੀ ਇੱਕ ਤਰ੍ਹਾਂ ਦੇ ਨਾਲ ਗੁਨਾਹ ਹੀ ਮੰਨਿਆ ਜਾਣਾ ਕਿ ਜਿਹੜਾ ਵੀ ਕੋਈ ਬੱਚਾ ਤਰੱਕੀ ਕਰਦਾ ਹੈ ਇਸ ਤਰੀਕੇ ਨਾਲ ਨਾਮ ਨਾ ਖੱਟਦਾ, ਜਦੋਂ ਉਹਦਾ ਇਸ ਤਰੀਕੇ ਦੇ ਨਾਲ ਖਾਤਮਾ ਕਰ ਦਿੱਤਾ ਜਾਂਦਾ ਤੇ ਬੜਾ ਚਿੰਤਾ ਦਾ ਵਿਸ਼ਾ। ਮਤਲਬ ਕਿ ਜਦੋਂ ਅਜਿਹੀ ਲਾਈਨ ਨਾਲ ਲੋਕ ਜੁੜਦੇ ਆ, ਉਹ ਫਿਰ ਕਈ ਵਾਰੀ ਇਹ 'ਤੇ ਵੀ ਚਿੰਤਨ ਮੰਥਨ ਕਰਦੇ ਆ ਕਿ ਜੇ ਬੰਦਾ ਫੇਮਸ ਹੁੰਦਾ ਜਾਂ ਲੋਕਾਂ ਦੀ ਸਹਿਮਤੀ ਲੈਂਦਾ ਆ ਤਾਂ ਉਹਦੇ ਨਾਲ ਉਹਦੇ ਪਿੱਛੇ ਜਿਹੀਆਂ ਤਾਕਤਾਂ ਵੀ ਜੁੜ ਜਾਂਦੀਆਂ ਜਿਹੜਾ ਉਹਨੂੰ ਵੇਖ ਨਹੀਂ ਸਿਖਾਉਂਦੀਆਂ ਜੇ ਕਹਿ ਲਈਏ ਪੰਜਾਬੀ 'ਚ। ਪਰ ਇੱਥੇ ਸਿੱਧੂ ਦਾ ਕਹਿੰਦੇ ਆ ਕਿ ਨਾ ਤਾਂ ਕੋਈ ਅਜਿਹੇ ਲੋਕਾਂ ਨਾਲ ਕੋਈ ਸਿੱਧਾ ਰਾਬਤਾ ਸੀ, ਨਾ ਕੋਈ ਅਜਿਹਾ ਕੰਮਕਾਜ ਸੀ। ਫਿਰ ਐਡੀ ਬੁਲੰਦ ਆਵਾਜ਼ ਨੂੰ ਦਬਾਉਣਾ, ਸ਼ਰੇਆਮ ਉਹਦਾ ਕਤਲ ਕਰ ਦੇਣਾ ਗੋਲੀਆਂ ਮਾਰ ਕੇ, ਬੜੀ ਹੈਰਾਨੀਜਨਕ ਗੱਲ ਹੈ। ਪ੍ਰਸ਼ਾਸਨ ਨੂੰ ਪਤਾ ਤੱਕ ਨਾ ਲੱਗਣਾ। ਕਹਿੰਦੇ ਆ ਕਿ ਏਜੰਸੀਆਂ ਨੇ ਜਿਹੜੀ ਦਿੱਲੀ ਦੀ ਸਪੈਸ਼ਲ ਬ੍ਰਾਂਚ ਹੈ ਉਹਨੇ ਵੀ ਸੰਕੇਤ ਦਿੱਤੇ ਸੀ ਕਿ ਸਿੱਧੂ ਮੂਸੇਵਾਲੇ 'ਤੇ ਕਿਸੇ ਵੇਲੇ ਵੀ ਹਮਲਾ ਹੋ ਸਕਦਾ, ਇਹਦੀ ਪਲਾਨਿੰਗ ਤਿਆਰ ਕਰ ਲਈ ਗਈ ਆ। ਫਿਰ ਸ਼ਰੇਆਮ ਜੇ ਕਹਿ ਲਈਏ ਉਹ ਲੋਕ ਘੁੰਮ ਰਹੇ ਨੇ ਮਹਿੰਗੀਆਂ ਅਤੇ ਵੱਡੀਆਂ ਰਸ਼ੀਅਨ ਗਨਾਂ ਲੈ ਕੇ। ਕੀ ਕੋਈ ਪਲਾਨਿੰਗ ਇਸ ਤਰ੍ਹਾਂ ਦੀ ਪਿੱਛੇ ਸੋਚੀ ਜਾ ਸਕਦੀ ਹੈ ਜਾਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਸਿੱਧੂ ਦੇ ਕਤਲ ਕਰਾਉਣ ਦੇ ਵਿੱਚ ਕੁਝ ਅਜਿਹੀਆਂ ਪੰਜਾਬ ਦੀਆਂ ਤਾਕਤਾਂ ਦਾ ਵੀ ਹੱਥ ਹੋ ਸਕਦਾ ਜਿਨ੍ਹਾਂ ਨੇ ਉਹਨਾਂ ਨੂੰ ਸ਼ਰੇਆਮ ਖੁੱਲ੍ਹ ਦਿੱਤੀ ਇੱਥੇ ਘੁੰਮਣ ਦੀ? ਬਿਲਕੁਲ, ਇਹ ਤਾਕਤਾਂ ਪੰਜਾਬ ਵਿਰੋਧੀ ਤਾਕਤਾਂ ਕੀਤੀਆਂ ਜਾ ਸਕਦੀਆਂ। ਜਿੱਥੋਂ ਤੱਕ ਵੇਖੋ ਗੱਲ ਹੈ, ਪੰਜਾਬ ਦੇ ਵਿੱਚ ਇਸ ਵਕਤ ਇੱਕ ਤਰ੍ਹਾਂ ਦੇ ਨਾਲ ਹਾਈ ਅਲਰਟ ਜਾਰੀ ਹੈ। 3 ਪਰਤੀ ਸੁਰੱਖਿਆ ਲਹਿਰ ਜਿਹੜੀ ਆ ਉਹ ਪੰਜਾਬ ਦੇ ਵਿੱਚ ਬਣਾਈ ਗਈ। ਮੁੱਖ ਮੰਤਰੀ ਪੰਜਾਬ ਨੇ ਪਿਛਲੇ ਦਿਨੀ ਗ੍ਰਹਿ ਮੰਤਰੀ ਨਾਲ ਮੀਟਿੰਗ ਕਰਕੇ 10 ਕੰਪਨੀਆਂ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਪੰਜਾਬ ਵਾਸਤੇ ਮੰਗੀਆਂ। ਕਿਤੇ ਨਾ ਕਿਤੇ ਮੁੱਖ ਮੰਤਰੀ ਨੂੰ ਸ਼ਾਇਦ ਇਹ ਅੰਦੇਸ਼ਾ ਹੋਵੇ ਕਿ ਪੰਜਾਬ ਦੇ ਅੰਦਰ ਹਾਲਾਤ ਜਿਹੜੇ ਨੇ ਅਮਨ ਕਾਨੂੰਨ ਦੇ ਨਜ਼ਰ ਤੋਂ ਵਿਗੜ ਰਹੇ, ਔਰ ਉਹਨੂੰ ਪ੍ਰੀਕਾਸ਼ਨਰੀ ਸਟੈਪ ਲੈਂਦੇ ਹੋਏ ਸਿਕਿਉਰਿਟੀ ਵਾਸਤੇ ਫੋਰਸਿਸ ਜਿਹੜੀਆਂ ਨੇ ਉਹ ਲਈਆਂ। ਮੀਡੀਆ ਦੇ ਵਿੱਚ ਇਹਨਾਂ ਖਬਰਾਂ ਦਾ ਚਰਚਿਤ ਹੋਣਾ ਕਿ ਦਿੱਲੀ ਦੇ ਉੱਤੋਂ ਇੰਟੈਲੀਜੈਂਸ ਨੇ ਪੰਜਾਬ ਦੀ ਇੰਟੈਲੀਜੈਂਸ ਨੂੰ ਕੋਈ ਰਿਪੋਰਟਾਂ ਦਿੱਤੀਆਂ ਸਨ ਕਿ ਇਸ ਬੰਦੇ ਦੀ ਜਾਨ ਨੂੰ ਖਤਰਾ ਹੈ। ਔਰ ਜੇ ਤਾਂ ਇਹਨਾਂ ਗੱਲਾਂ ਦੇ ਵਿੱਚ ਕੋਈ ਸੱਚਾਈ ਹੈ ਤੇ ਫਿਰ ਵੀ ਜੇ ਉਸ ਬੰਦੇ ਦੀ ਸਿਕਿਉਰਿਟੀ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਇਹਨੂੰ ਤਾਂ ਨਲਾਇਕੀ ਗਿਣਿਆ ਜਾ ਸਕਦਾ। ਪ੍ਰਸ਼ਾਸਨਿਕ ਪੱਧਰ ਦੇ ਉੱਤੇ ਹੋਈ ਨਲਾਇਕੀ, ਬਲਕਿ ਇਸ ਕਤਲ ਵਾਸਤੇ ਪ੍ਰਸ਼ਾਸਨਿਕ ਤੌਰ ਦੇ ਉੱਤੇ ਜ਼ਿੰਮੇਵਾਰੀ ਵੀ ਉਸ ਕਰਨੀ ਬਣਦੀ। ਜਦੋਂ ਪਤਾ ਹੋਵੇ ਅਚਨਚੇਤ ਕੁਝ ਹੋ ਜਾਏ, ਦੇਖੋ ਜੀਵਨ ਮੌਤ ਉਸ ਮਾਲਕ ਦੇ ਹੱਥ ਆ, ਵਿਧੀ ਦਾ ਵਿਧਾਨ ਆ। ਜਿਹੜਾ ਭਾਣਾ ਵਾਪਰਨਾ, ਮੈਂ ਪਿਛਲੇ ਦਿਨਾਂ ਦੇ ਵਿੱਚ ਵੇਖ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਜਾ ਰਿਹਾ ਫਲਾਣੇ ਦੇ ਕੋਲ ਡੈਡ ਸਿਕਿਉਰਿਟੀ ਸੀ, ਉਹਦਾ ਆਹ ਹੋ ਗਿਆ, ਉਹਦਾ ਹੋ ਗਿਆ। ਭਾਵ ਸਿਕਿਉਰਿਟੀ ਦਾ ਕੋਈ ਮਸਲਾ ਹੀ ਨਹੀਂ। ਇਹਦਾ ਮਤਲਬ ਇਹ ਹੈ ਕਿ ਕਿਸੇ ਨੂੰ ਸਿਕਿਉਰਿਟੀ ਦੀ ਲੋੜ ਹੀ। ਇਹ ਤਾਂ ਵੇਖੋ ਜੋ ਹੋਣਾ ਉਹ ਤਾਂ ਹੋ ਕੇ ਰਹਿਣਾ, ਪਰ ਜੋ ਮਨੁੱਖ ਦੇ ਹੱਥ ਵਿੱਚ ਹੈ ਜੇ ਉਹ ਯਤਨ ਹੀ ਨਾ ਕਰੇ, ਇਹ ਵੀ ਤਾਂ ਕੋਈ ਗੱਲ ਨਹੀਂ। ਜੇ ਉਹਦੀ ਜਾਨ ਨੂੰ ਖਤਰਾ ਸੀ ਜਾਂ ਉਹਦੇ ਵਰਗੇ ਕੋਈ ਹੋਰ ਮਹੱਤਵਪੂਰਨ ਵਿਅਕਤੀ ਜਿਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ, ਜੇ ਉਹਨਾਂ ਦੀ ਜਾਨ ਨੂੰ ਖਤਰੇ ਦੀਆਂ ਕਨਸੋਆਂ ਸਰਕਾਰ ਨੂੰ ਸਨ ਤੇ ਸਰਕਾਰ ਨੂੰ ਇਹਦੇ ਉੱਤੇ ਸੰਜੀਦਗੀ ਨਾਲ ਗੌਰ ਕਰਕੇ ਬਲਕਿ ਇਸ ਸੁਰੱਖਿਆ ਘੇਰੇ ਨੂੰ ਹੋਰ ਜ਼ਿਆਦਾ ਸਖਤ ਕਰਨਾ ਚਾਹੀਦਾ ਸੀ, ਵਧਾਉਣਾ ਚਾਹੀਦਾ ਸੀ, ਤਾਂ ਕਿ ਸੁਰੱਖਿਆ ਦੇ ਨੁਕਤਾ ਨਿਗਾਹ ਤੋਂ ਉਹਨੂੰ ਹਰ ਤਰੀਕੇ ਦੇ ਨਾਲ ਸੁਰੱਖਿਅਤ ਕੀਤਾ ਜਾ ਸਕਦਾ। ਪਰ ਅਜਿਹਾ ਨਹੀਂ ਹੋ ਸਕਿਆ, ਜਿਸ ਕਰਕੇ ਇਸ ਨੌਜਵਾਨ ਨੂੰ ਜਾਨ ਤੋਂ ਹੱਥ ਧੋਣੇ ਪਏ ਔਰ ਪੰਜਾਬ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਸਹਿਮ ਦਾ ਮਾਹੌਲ ਜਿਹੜਾ ਉਹ ਅੱਜ ਪੰਜਾਬ ਵਿੱਚ। ਸੋ ਇੱਕ ਤਾਂ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਜੋ ਹੋਣਾ ਵਾਪਰਨਾ ਪਰਮਾਤਮਾ ਦੀ ਮਰਜ਼ੀ ਵਾਪਰ ਜਾਂਦਾ, ਪਰ ਜੇ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਕਤਲ ਦੀ ਗੱਲ ਕਰੀਏ ਤਾਂ ਫਿਰ ਸੋਚਣਾ ਇੱਥੇ ਵੀ ਬਣਦਾ ਜਿਸ ਤਰੀਕੇ ਨਾਲ ਇਹ ਕਤਲ ਕੀਤਾ ਗਿਆ, ਜਿੰਨੀ ਵੀ ਮਰਜ਼ੀ ਸਿਕਿਉਰਿਟੀ ਹੁੰਦੀ, ਮੈਨੂੰ ਲੱਗਦਾ ਕਿ ਤਾਂ ਇੱਕ ਜਿਵੇਂ ਪਿਛਲੇ ਸਮੇਂ 'ਚ ਅੱਤਵਾਦਾਂ ਦੇ ਪੁਲਿਸ ਦੇ ਮੁਕਾਬਲੇ ਹੁੰਦੇ ਸੀ ਨਾ, ਤਾਂ ਉਦੋਂ ਇਹ ਪਾਇਆ ਜਾਂਦਾ ਹੁੰਦਾ ਸੀ ਕਿ ਜਦੋਂ ਮੁਕਾਬਲਾ ਹੀ ਹੋ ਗਿਆ ਫਿਰ ਹਥਿਆਰਾਂ ਦੇ ਹਰ ਕਿਸੇ ਕੋਲ ਵੱਧ ਤੋਂ ਵੱਧ ਜਿਹੜੇ ਉਹਨੇ ਆਪਣੀ ਸੁਰੱਖਿਆ ਲਈ ਜਿਹੜੀ ਆ ਉਹ ਕੀਤੀ ਹੁੰਦੀ ਕੋਸ਼ਿਸ਼। ਅਤੇ ਜਿਸ ਤਰ੍ਹਾਂ ਇਹ ਗੰਨਾਂ ਲੈ ਕੇ ਆਏ ਨੇ, ਰਸ਼ੀਅਨ ਗੰਨਾਂ ਲੈ ਕੇ ਆਏ, ਮੇਰੇ ਖਿਆਲ ਨਾਲ ਸਿਕਿਉਰਿਟੀ ਦੇ ਭਾਵੇਂ 10 ਬੰਦੇ ਵੀ ਸਿੱਧੂ ਮੂਸੇਵਾਲੇ ਨਾਲ ਹੁੰਦੇ ਤਾਂ ਜਦੋਂ ਮੁਕਾਬਲੇ ਦਾ ਰੂਪ ਬਣ ਗਿਆ ਤਾਂ ਫਿਰ ਕਤਲ ਤਾਂ ਉੱਥੇ ਹੋਰ ਵੀ ਹੋ ਜਾਣੇ ਸੀ। ਮੇਰਾ ਕਹਿਣ ਦਾ ਇਹ ਆ ਕਿ ਮੇਰਾ ਸ਼ੱਕ ਹੈ ਕਿ ਜਿਹੜੇ ਲੋਕ ਅਜਿਹੇ ਪਲਾਨਿੰਗ ਕਰਦੇ ਨੇ, ਕੋਈ ਜੇਲ੍ਹ 'ਚੋਂ ਬੈਠਾ ਕਰਦਾ ਹੈ, ਕੋਈ ਬਾਹਰ ਕਹਿੰਦੇ ਕੈਨੇਡਾ ਦੇ ਨਾਲ ਗੱਲਬਾਤ ਹੋਈ ਆ, ਐਕਚੁਅਲੀ ਤਾਂ ਅਕਸਰ ਹੋਈ ਤਾਂ ਫੋਨਾਂ ਦੇ ਜ਼ਰੀਏ ਹੋਏਗੀ ਜਾਂ ਇੱਧਰ ਉੱਧਰ ਸੁਨਾਹ ਲੱਗੇ ਹੋਣਗੇ। ਪ੍ਰਸ਼ਾਸਨ ਸਾਡਾ ਜਿਹੜਾ ਆ, ਸਾਡਾ ਸਿਸਟਮ ਜਿਹੜਾ ਆ, ਉਹ ਅਜਿਹੇ ਲੋਕਾਂ ਦੀ ਪਹਿਲਾਂ ਨਿਸ਼ਾਨਦੇਹੀ ਕਿਉਂ ਨਹੀਂ ਕਰਦਾ? ਜੇ ਹੁਣ ਵੀ ਵਾਪਰ ਗਿਆ ਤਾਂ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਦੇ ਉੱਤੇ ਅਜਿਹੀ ਕਾਰਵਾਈ ਕਿਉਂ ਨਹੀਂ ਹੁੰਦੀ ਕਿ ਉਹ ਜਦੋਂ ਆਉਣ ਵਾਲੇ ਸਮੇਂ 'ਚ ਅਜਿਹੀ ਪਲਾਨਿੰਗ ਕਰਨਗੇ ਉਹਨਾਂ ਨੂੰ ਪਹਿਲਾਂ ਰੋਕਿਆ ਜਾਵੇ? ਦੇਖੋ WhatsApp ਸਾਡੇ ਨਾਲ ਇੱਕ ਰਵਾਇਤ ਬਣ ਗਈ ਹੈ ਲਕੀਰ ਪਿੱਟਣ। ਜਦੋਂ ਸੱਪ ਲੰਘ ਜਾਂਦਾ ਤੇ ਮਗਰੋਂ ਲਕੀਰ ਪਿੱਟਦੇ ਰਹਿ ਜਾਂਦੇ। ਹੁਣ ਸੁਰੱਖਿਆ ਏਜੰਸੀਆਂ ਜਾਂ ਜਿਹੜਾ ਸਾਡਾ ਖੁਫੀਆ ਤੰਤਰ ਆ ਉਹ ਇੰਝ ਗੱਲਾਂ ਕਰ ਰਿਹਾ ਕਿ ਜਿਵੇਂ ਸਾਰਾ ਕੁਝ ਇਹਨਾਂ ਨੂੰ ਪਤਾ ਹੋਵੇ, ਇਹ ਅੰਤਰਜਾਮੀ ਹੋ ਗਏ।
ਇੱਕ ਰਾਤ ਟੱਪਣ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਜੀ ਕਿੱਥੋਂ ਇਹ ਤੁਰਿਆ, ਕਿੱਥੇ ਗਿਆ, ਸਪਾਰੀ ਕਿੱਥੋਂ ਦਿੱਤੀ ਗਈ, ਕਿੱਥੇ ਕੀ ਹੋਇਆ। ਜੇ ਇਹਨਾਂ ਕੁਝ 24 ਘੰਟਿਆਂ ਦੇ ਅੰਦਰ ਸੁਰੱਖਿਆ ਏਜੰਸੀਆਂ ਨੂੰ, ਖੁਫੀਆ ਏਜੰਸੀਆਂ ਨੂੰ ਪਤਾ ਲੱਗ ਸਕਦਾ ਕਿ ਕੀ ਇਹ ਪਹਿਲਾਂ ਸੁੱਤੀਆਂ ਹੈ, ਪਹਿਲਾਂ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਾ ਗਿਆ। ਫਿਰ ਵੇਖੋ ਜਿਨ੍ਹਾਂ ਹਥਿਆਰਾਂ ਦੇ ਨਾਲ ਉਸ ਮੁੰਡੇ ਦਾ ਕਤਲ ਕੀਤਾ ਗਿਆ, ਉਹ ਅਖਬਾਰਾਂ ਦੇ ਰਾਹੀਂ ਇਹ ਪਤਾ ਲੱਗਾ ਕਿ ਕੋਈ AK-94 ਰਾਈਫਲਸ ਨੇ ਜਿਹੜੀਆਂ ਆਕਾਰ 'ਚ ਵੀ ਵੱਡੀਆਂ, ਕੋਈ ਪਿਸਟਲ, ਮੌਜਰ, ਰਿਵਾਲਵਰ ਹੋਵੇ ਅਤੇ ਡੱਬ 'ਚ ਲੁਕਾ ਕੇ ਕੋਈ ਲੈ ਗਿਆ, ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਇੰਨੀ ਸਿਕਿਉਰਿਟੀ ਰੱਖਣ ਦੇ ਬਾਵਜੂਦ ਜੇ ਇੰਨੀਆਂ ਵੱਡੀਆਂ ਗੰਦ ਲੈ ਕੇ ਨੌਜਵਾਨ ਜਿਹੜੇ ਨੇ ਸ਼ੱਕੀ ਗੱਡੀਆਂ ਦੇ ਉੱਤੇ ਜਿਨ੍ਹਾਂ ਦੇ ਨੰਬਰ ਪਲੇਟਾਂ ਵੀ ਜਾਲੀ ਲੱਗੀਆਂ, ਉਹਨਾਂ ਦੇ ਵਿੱਚ ਘੁੰਮ ਰਹੇ ਆ, ਅਤੇ ਫਿਰ ਫੇਲਰ ਕਿਹਦਾ? ਇਹ ਸੁਰੱਖਿਆ ਤੰਤਰ ਦਾ ਹੀ ਫੇਲੀਅਰ ਨੂੰ ਕਹਾਂਗੇ, ਹੋਰ ਕਿਹਨੂੰ ਕਹਾਂਗੇ। ਔਰ ਉਸ ਸੁਰੱਖਿਆ ਤੰਤਰ ਦੇ ਫੇਲੀਅਰ ਨੂੰ ਕਵਰ ਕਰਨ ਵਾਸਤੇ ਬਜਾਏ ਇਹਦੇ ਕਿ ਜਿੱਥੇ ਉਹਦੇ 'ਚ ਕਮੀ ਰਹੀ ਆ ਉਹਨੂੰ ਦਰੁਸਤ ਕੀਤਾ ਜਾਵੇ। ਮਤਲਬ ਇੱਕ ਤਰ੍ਹਾਂ ਦੇ ਨਾਲ ਸਰਕਾਰੀ ਧਿਰ ਇਸ ਤਰੀਕੇ ਦੇ ਨਾਲ ਰਿਐਕਟ ਕਰਨ ਦੇ ਵਿੱਚ ਲੱਗ ਗਈ ਹੈ ਕਿ ਉਹਨਾਂ ਨੇ ਆਪਣੇ ਆਪ ਦੇ ਵਿੱਚ ਹੀ ਇੰਝ ਸਾਬਤ ਕਰਨ ਦੀ ਸ਼ੁਰੂ ਕਰ ਦਿੱਤੀ ਹੈ ਕਿ ਜਿਵੇਂ ਅਸੀਂ ਹਮਲਾਵਰ ਧਿਰ ਦੇ ਨਾਲ ਖਲੋਤੇ ਹਾਂ। ਜਦੋਂ ਕੋਈ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਂਦੀ ਆ, ਔਰ ਇਹ ਤਾਂ ਕੋਈ ਦੂਰ ਐਵੇਂ ਹੀ ਨਹੀਂ ਕਿ ਸਰਕਾਰੀ ਪੱਧਰ ਦੇ ਉੱਤੇ ਇਹਦੇ 'ਚ ਊਣਤਾਈ ਰਹੀ ਹੈ, ਉਸ ਊਣਤਾਈ ਨੂੰ ਭਵਿੱਖ ਵਿੱਚ ਦੂਰ ਕਿਵੇਂ ਕੀਤਾ ਜਾਵੇ, ਲੋੜ ਤੇ ਆ ਇਸ ਗੱਲ ਦੀ। ਔਰ ਦੁਖੀ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਦੀ, ਉਹਨਾਂ ਦਾ ਆਸਰਾ ਬਣਨ ਦੀ, ਕਿਉਂਕਿ ਜਿਹੜੀ ਇਸ ਵੇਲੇ ਉਸ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਉਹਦੇ ਵਿੱਚ ਉਹਨਾਂ ਨੂੰ ਹਮਦਰਦੀ ਅਤੇ ਸ਼ਫਕਤ ਭਰੇ ਹੱਥਾਂ ਦੀ ਲੋੜ ਹੈ। ਕੋਈ ਇਹੋ ਜਿਹਾ ਮੋਢਾ ਚਾਹੀਦਾ ਜਿਹਦੇ ਮੋਢੇ 'ਤੇ ਸਿਰ ਰੱਖ ਕੇ ਉਹ ਆਪਣੇ ਦਿਲ ਦਾ ਦਰਦ ਜਿਹੜਾ ਉਹ ਹੌਲਾ ਕਰ ਸਕਣ। ਔਰ ਸਰਕਾਰਾਂ ਸੂਬੇ ਦੀਆਂ ਮਾਈ ਬਾਪ ਹੁੰਦੀਆਂ ਨੇ, ਇਸ ਕਰਕੇ ਸਰਕਾਰ ਦੇ ਮੁਖੀਆਂ ਨੂੰ, ਸਰਕਾਰ ਚਲਾ ਰਹੇ ਮੁਖੀਆਂ ਨੂੰ ਉਸ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਸੀ, ਉਹਨਾਂ ਦੇ ਨਾਲ ਖੜੇ ਨਜ਼ਰ ਆਉਣਾ ਚਾਹੀਦਾ ਸੀ, ਤਾਂ ਕਿ ਪਤਾ ਲੱਗਦਾ ਕਿ ਅੱਜ ਤੁਹਾਡੇ ਮਾਈ ਬਾਪ ਦੇ ਰੂਪ ਵਿੱਚ ਸਰਕਾਰ ਜਿਹੜੀ ਆ ਉਹ ਤੁਹਾਡੇ ਨਾਲ ਖਲੋਤੀ ਆ। ਪਰ ਅਜਿਹਾ ਹੋ ਨਹੀਂ ਸਕਿਆ, ਜਿਹਦੀ ਮੀਡੀਆ ਦੇ ਵਿੱਚ ਵੀ ਕਾਫੀ ਆਲੋਚਨਾ ਹੋਈ ਹੈ। ਔਰ ਹੁਣ ਕਿਤੇ ਨਾ ਕਿਤੇ ਕੁਝ ਸੱਤਾਧਾਰੀ ਬੰਦੇ ਜਿਹੜੇ ਨੇ ਸਰਕਾਰ ਨਾਲ ਸੰਬੰਧਿਤ, ਸ਼ਾਇਦ ਉਹ ਆਪਣੇ ਲੈਵਲ 'ਤੇ ਜਾਂ ਕਿਵੇਂ ਵੀ ਹੋਣ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਰਹੇ, ਪਰ ਲੋਕਾਂ 'ਚ ਇਹ ਗੱਲ ਚਰਚਾ ਚੱਲ ਪਈ ਹੈ ਕਿ ਕੀ ਇਹ ਵੀ ਕਿਸੇ ਯੋਜਨਾਬੰਦੀ ਦਾ ਸਿੱਟਾ ਸੀਗਾ ਕਿ ਬਿਲਕੁਲ ਕਿਸੇ ਨੇ ਹਮਦਰਦੀ ਪ੍ਰਗਟ ਨਹੀਂ ਕੀਤੀ ਸਰਕਾਰੀ ਤਰ੍ਹਾਂ। ਇਸ ਇੱਕ ਹੋਰ ਗੱਲ ਬੜੀ ਇੱਥੇ ਵਿਚਾਰਨ ਵਾਲੀ ਬਣਦੀ ਆ। ਤੁਸੀਂ ਉਹ AK-94 ਰਾਈਫਲ ਦੀ ਗੱਲ ਕੀਤੀ ਹੈ, ਰਸ਼ੀਅਨ ਰਾਈਫਲ, ਜੇ ਮੈਂ ਭੁੱਲਦਾ ਨਾ ਹੋਵਾਂ, ਜੋ ਸੁਣਿਆ, ਮੈਨੂੰ ਤਾਂ ਬਹੁਤਾ ਹਥਿਆਰਾਂ ਬਾਰੇ ਕੋਈ ਗਿਆਨ ਨਹੀਂ ਹੈਗਾ। ਉਹਨੂੰ ਚਲਾਉਣ ਵਾਲੇ ਵੀ ਮਾਹਿਰ ਹੋਣਗੇ, ਸ਼ਾਰਪ ਸ਼ੂਟਰ ਹੋਣਗੇ, ਅਤੇ ਉਹਨਾਂ ਬੰਦਿਆਂ ਦੀ ਨਿਸ਼ਾਨਦੇਹੀ ਨਾ ਹੋਣੀ, ਕਤਲ ਕਰਕੇ ਸ਼ਰੇਆਮ ਦਿਨ ਦਿਹਾੜੇ ਨਿਕਲ ਜਾਣਾ। ਅਜੇ ਤੱਕ ਉਹਨਾਂ ਦੇ ਨਾਵਾਂ ਦਾ ਪਤਾ ਨਾ ਲੱਗਣਾ ਕਿ ਕੌਣ ਬੰਦੇ ਇਹਦੇ ਵਿੱਚ ਸ਼ਾਮਲ ਨੇ ਜਿਹੜੇ ਮੌਕੇ 'ਤੇ ਸਨ, ਕਤਲ ਕਰਨ ਆਏ ਸਨ। ਉਹ ਵੀ ਇੱਕ ਹਿਸਾਬ ਨਾਲ ਸਰਕਾਰ ਲਈ ਜਵਾਬਦੇਹ ਹੈ, ਪ੍ਰਸ਼ਨ ਚਿੰਨ੍ਹ ਹੈ ਸੁਰੱਖਿਆ ਤੰਤਰ ਦੇ ਉੱਪਰ, ਸਿਸਟਮ ਦੇ ਉੱਪਰ ਵੀ, ਕਿ ਲੋਕ ਇੱਥੇ ਕਿਸੇ ਦੀ ਕੋਈ ਚੋਰੀ ਹੋ ਜਾਵੇ ਜਾਂ ਕਿਸੇ ਮੁਲਾਜ਼ਮ ਦੇ ਨਾਲ ਕੋਈ ਪੁਲਿਸ ਨਾਲ ਘਟਨਾ ਵਾਪਰ ਜਾਵੇ ਤਾਂ ਇਹ ਮੇਰੇ ਖਿਆਲ ਨਾਲ 24 ਘੰਟਿਆਂ ਤੋਂ ਪਹਿਲਾਂ ਹੀ ਬੰਦਾ ਲੱਭ ਲੈਂਦੇ ਆ। ਤਾਂ ਹੁਣ ਐਡਾ ਵੱਡਾ ਕਾਂਡ ਵਾਪਰਨ ਤੋਂ ਬਾਅਦ, ਸੋ ਮੈਂ ਇੱਥੇ ਵੀ ਕਲੀਅਰ ਕਰ ਦਿਆਂ ਕਿ ਸਿੱਧੂ ਮੂਸੇਵਾਲੇ ਦੀ ਕਤਲ ਦਾ ਕਰਕੇ ਸਾਨੂੰ ਇਕੱਠੇ ਹੋਣਾ ਪਿਆ, ਅੱਜ ਇਹ ਚਰਚਾ ਕਰਨੀ ਪਈ ਆ। ਪਰ ਇੱਥੇ ਪੰਜਾਬ ਦੇ ਹੋਰ ਵੀ ਨੌਜਵਾਨ ਜਿਹੜੇ ਆ ਅਜਿਹੇ ਲੋਕਾਂ ਦੀ ਅਜਿਹੀ ਮਾਨਸਿਕਤਾ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਏ ਨੇ, ਜਿਨ੍ਹਾਂ ਦੇ ਪਿਛਲੇ ਦਿਨੀ ਕਤਲ ਹੋਏ ਆ। ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਨੰਗਲ ਅੰਬੀਆਂ ਦਾ ਸ਼ਾਇਦ ਰਹਿਣ ਵਾਲਾ ਸੀ, ਉਹਦਾ ਵੀ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਸੋ ਸਾਰੇ ਨੌਜਵਾਨਾਂ ਨਾਲ ਮੇਰੀ ਹਮਦਰਦੀ ਆ ਕਿ ਸਿਸਟਮ ਆਉਣ ਵਾਲੇ ਸਮੇਂ 'ਚ ਕੀ ਰਣਨੀਤੀ ਤਿਆਰ ਕਰੇਗਾ ਕਿ ਜਿਹੜੇ ਅਜਿਹੇ ਗੈਂਗਸਟਰ ਨੇ, ਅਜਿਹੇ ਖੰਖਾਰੂ ਲੋਕ ਨੇ ਜਿਹੜੇ ਬੰਦਾ ਮਾਰ ਲੱਗਿਆ ਇੱਕ ਪਲ ਵੀ ਨਹੀਂ ਸੋਚਦੇ, ਉਹਨਾਂ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਕਿਵੇਂ ਸੇਵ ਕੀਤਾ ਜਾ ਸਕਦਾ? ਦੇਖੋ, ਇਹ ਤਾਂ ਸਰਕਾਰਾਂ ਦਾ ਫਰਜ਼ ਬਣਦਾ, ਸਰਕਾਰਾਂ ਦੀਆਂ ਡਿਊਟੀਜ਼ ਦੇ ਵਿੱਚ ਸ਼ਾਮਲ ਹੈ ਲੋਕਾਂ ਦੇ ਜਾਨ ਮਾਲ ਦੀ ਹਿਫਾਜ਼ਤ ਕਰਨ ਵਾਸਤੇ ਸਰਕਾਰਾਂ ਜਿਹੜੀਆਂ ਨੇ ਨੀਤੀਆਂ ਬਣਾਉਣ ਔਰ ਉਹਨਾਂ ਨੀਤੀਆਂ ਦੇ ਉੱਤੇ ਅਮਲ ਕਰਨ। ਪਰ ਵੇਖਣ ਦੇ ਵਿੱਚ ਅੱਜ ਇਸ ਤਰ੍ਹਾਂ ਆ ਰਿਹਾ ਜਿਵੇਂ ਪ੍ਰਸ਼ਾਸਨ ਦੇ ਨਾਲ ਸਰਕਾਰ ਦਾ ਕੋਈ ਤਾਲਮੇਲ ਹੈ ਨਹੀਂ, ਜਾਂ ਤਾਂ ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਨੂੰ ਹਦਾਇਤਾਂ ਕਿੱਥੋਂ ਮਿਲਣੀਆਂ, ਅਮਲ ਕਿਹਦੀ ਹਦਾਇਤ ਉੱਤੇ ਕਰਨਾ। ਮਤਲਬ ਇੱਕ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਆਪੋ ਧਾਪੀ ਜੀ ਪੈ ਗਈ ਹੁੰਦੀ ਹੈ ਨਾ, ਸੂਬੇ ਦੇ ਵਿੱਚ ਇਸ ਤਰ੍ਹਾਂ ਹੋ ਗਿਆ। ਔਰ ਵਾਰਦਾਤ ਵਾਪਰ ਜਾਣ ਤੋਂ ਬਾਅਦ ਉਹਦੇ 'ਤੇ ਤੁਸੀਂ ਕਮਿਸ਼ਨ ਬਿਠਾ ਦਿਓ, ਚਾਹੇ ਤੁਸੀਂ ਸਾਬਕਾ ਜੱਜ ਕਿਸੇ ਦੀ ਅਗਵਾਈ 'ਚ ਬਿਠਾ ਦਿਓ, ਚਾਹੇ ਕਿਸੇ IPS ਅਧਿਕਾਰੀ ਦੀ ਅਗਵਾਈ ਦੇ ਵਿੱਚ ਬਿਠਾ ਦਿਓ, ਚਾਹੇ ਕਿਸੇ ਮੌਜੂਦਾ ਜੱਜ ਦੀ ਅਗਵਾਈ ਦੇ ਵਿੱਚ, ਸਿਟਿੰਗ ਜੱਜ ਦੀ ਅਗਵਾਈ ਦੇ ਵਿੱਚ ਬਿਠਾ ਦਿਓ, ਜਿਨ੍ਹਾਂ ਦਾ ਜੀ ਚਲਾ ਗਿਆ ਵਾਪਸ ਨਹੀਂ ਆ ਜਾਣਾ। ਪਰ ਇਹ ਤੋਂ ਪਹਿਲੇ ਜਿੰਨੇ ਵੀ ਕਮਿਸ਼ਨ ਬਣੇ ਨੇ ਜਾਂ ਕਮੇਟੀਆਂ ਬਣੀਆਂ ਨੇ, ਉਹਨਾਂ ਨੇ ਅੱਜ ਤੱਕ ਕੀ ਸਿੱਟਾ ਕੱਢਿਆ? ਲੋਕਾਂ ਦੇ ਸਾਹਮਣੇ ਉਹਨਾਂ ਦੀ ਆਊਟਪੁੱਟ ਜ਼ੀਰੋ। ਕਦੇ ਕੋਈ ਇਹੋ ਜਿਹੀ ਸਾਜ਼ਿਸ਼ ਜਿਹੜੀ ਆ ਪੂਰਨ ਰੂਪ ਦੇ ਵਿੱਚ ਨੰਗੀ ਨਹੀਂ ਹੁੰਦੀ, ਨਾ ਉਹਦਾ ਪਤਾ ਲੱਗਦਾ। ਪਰ ਇਸ ਤਰ੍ਹਾਂ ਅਕਸਰ ਕਿੰਨੀ ਦੇਰ ਤੱਕ ਪੰਜਾਬੀਆਂ ਨੂੰ ਮੌਤ ਦੇ ਮੂੰਹ ਸੁੱਟਦੇ ਰਹਿਣ। ਤੁਸੀਂ ਵੇਖੋ, ਘੱਲੂਘਾਰਾ ਹਫ਼ਤਾ ਚੱਲਣ ਦੇ ਕਾਰਨ ਅੰਮ੍ਰਿਤਸਰ ਦੇ ਵਿੱਚ ਬੜੀ ਟਾਈਟ ਸਿਕਿਉਰਿਟੀ ਕੀਤੀ, ਬਿਲਕੁਲ। ਔਰ ਇੰਨੀ ਟਾਈਟ ਸਿਕਿਉਰਿਟੀ ਦੇ ਹੁੰਦਿਆਂ ਵੀ ਕੱਲ੍ਹ ਖਾਲਸਾ ਕਾਲਜ ਦੇ ਬਾਹਰ 2
ਗੁੱਟਾਂ ਦੇ ਵਿੱਚ ਸ਼ਰੇਆਮ ਗੋਲੀਬਾਰੀ ਹੋ ਜਾਣੀ ਔਰ ਇੱਕ ਨੌਜਵਾਨ ਦਾ ਜਿਹੜਾ ਕਿ ਰੈਸਲਰ ਦੱਸਿਆ ਜਾਂਦਾ ਉਹਦਾ ਕਤਲ ਹੋ ਜਾਣਾ। ਸਾਡਾ ਕਤਲ ਹੋ ਜਾਣਾ, ਇਹ ਕੋਈ ਚੰਗੀ ਵਾਰਦਾਤ ਨਹੀਂ ਔਰ ਪ੍ਰਸ਼ਾਸਨ ਦੇ ਉੱਤੇ ਬਹੁਤ ਵੱਡਾ ਸਵਾਲੀਆ ਚਿੰਨ੍ਹ ਖੜਾ ਕਰਦੀ ਹੈ ਕਿ ਇਹਦਾ ਮਤਲਬ ਹੈ ਇੰਨੀ ਟਾਈਟ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਬੱਚੇ ਹਥਿਆਰ ਲੈ ਕੇ ਜਾਂ ਜਿਹੜੇ ਇਸ ਕ੍ਰਾਈਮ ਨੂੰ ਅੰਜਾਮ ਦੇਣਾ ਚਾਹੁੰਦੇ ਆ। ਮੈਂ ਕੱਲ੍ਹ ਸੁਣ ਰਿਹਾ ਸੀਗਾ ਸ਼ਾਇਦ ਕਮਿਸ਼ਨਰ ਸਾਹਿਬ ਦੀ ਕੋਈ ਚੱਲ ਰਹੀ ਸੀਗੀ ਬਾਈਟ, ਤਾਂ ਉਹਦੇ 'ਚੋਂ ਕਹਿ ਰਹੇ ਸੀ ਇਹ ਰੂਟੀਨ ਕ੍ਰਾਈਮ ਹੋ ਗਿਆ। ਚਲੋ ਠੀਕ ਹੈ ਹੋਣ ਡਿਆ ਵਾ, ਪਰ ਦੇਖੋ ਇੱਕ ਬੱਚੇ ਦੀ ਜਾਨ ਦੀ ਕੋਈ ਕੀਮਤ ਉਸ ਦੇ ਪਰਿਵਾਰ ਵਾਸਤੇ, ਉਹਦੇ ਸਰਕਲ ਵਾਸਤੇ ਉਹ ਇੱਕ ਬੜਾ ਅਹਿਮ ਹੈ। ਪਰ ਲੋਕਾਂ ਵਿੱਚ ਇਹ ਹੈ ਕਿ ਲੋਕਾਂ ਵਿੱਚ ਦਹਿਸ਼ਤ ਪੈ ਗਈ ਆ। ਅੱਜ ਹਰ ਪੰਜਾਬੀ ਇਹ ਮਹਿਸੂਸ ਕਰਨ ਲੱਗ ਗਿਆ ਕਿ ਸੇਫ ਸਿਰਫ ਉਹੀ ਆ ਜਿਹਦੇ 'ਤੇ ਕੋਈ ਹਮਲਾ ਕਰਨ ਆ ਨਹੀਂ ਜਾਂਦਾ। ਜੇ ਕੋਈ ਚੜ੍ਹ ਕੇ ਆ ਗਿਆ ਤਾਂ ਤੁਹਾਡੇ ਬਚਾਅ ਦਾ ਕੋਈ ਸਾਧਨ ਨਹੀਂ, ਕੋਈ ਹੀਲਾ ਨਹੀਂ, ਚਾਹੇ ਤੁਸੀਂ ਜਿੰਨੇ ਮਰਜ਼ੀ ਹਥਿਆਰ ਰੱਖ ਕੇ ਬੈਠੇ ਹੋ, ਜਿੰਨੇ ਮਰਜ਼ੀ ਸਿਕਿਉਰਿਟੀ ਵਾਲੇ ਰੱਖ ਕੇ ਬੈਠੇ ਹੋ। ਜਦੋਂ ਆਪਾਂ WhatsApp ਬੈਠੇ ਆਪਸ 'ਚ ਗੱਲ ਕਰ ਰਹੇ ਹਾਂ, ਹਮਲਾਵਰ ਆਪਣੀ ਨੀਤ ਬਣਾ ਕੇ ਆਇਆ, ਉਹਦੇ ਤੋਂ ਕਿੱਦਾਂ ਬਚਾਂਗੇ? ਪਰ ਉਹ ਆਇਆ ਤੇ ਉੱਡ ਕੇ ਨਹੀਂ ਨਾ ਆਇਆ, ਤੇ ਬਾਈ ਰੋਡ ਆ ਤੇ ਥਾਂ ਥਾਂ ਦੇ ਉੱਤੇ ਨਾਕੇ ਲੱਗੇ ਨੇ। ਇਹ ਸਿਰਫ ਨਾਕੇ ਲਾ ਕੇ ਲੋਕਾਂ ਦੇ ਕਾਗਜ਼ ਚੈੱਕ ਕਰਨ ਵਾਸਤੇ ਕਿ ਉੱਥੇ ਵੇਖੋ ਵੀ ਇਹਦੇ ਕੋਲ ਲਾਇਸੈਂਸ ਹੈਗਾ ਕਿ ਨਹੀਂ ਹੈਗਾ, ਤੁਸੀਂ ਆਹ ਕਰੋ ਉਹ ਕਰੋ। ਮਤਲਬ ਜਿਹੜੇ ਬੰਦਿਆਂ ਦੇ ਕੋਲ ਕਾਗਜ਼ ਨੇ ਉਹਨਾਂ ਦੇ ਕਾਗਜ਼ਾਂ ਚੂੜਤਾਈਆਂ ਕਰਕੇ ਉਹਨਾਂ ਦੇ ਚਲਾਨ ਕਰਕੇ ਢਿੱਡ ਪੂਰਾ ਕਰਨ ਵਾਸਤੇ ਜਾਂ ਖਜ਼ਾਨਾ ਭਰਨ ਵਾਸਤੇ ਕੋਸ਼ਿਸ਼ਾਂ ਕਰਨ ਦੇ ਨੇ। ਜਿਹੜੇ ਗੈਰ ਸਮਾਜੀ ਤੱਤ ਨੇ, ਇਹਦਾ ਮਤਲਬ ਹੈ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ, ਉਹਨਾਂ ਲਈ ਕੋਈ ਹੰਡਣ ਨਹੀਂ, ਉਹ ਜਿੱਥੇ ਮਰਜ਼ੀ ਜਾ ਸਕਦੇ ਔਰ ਆਪਣਾ ਟਾਰਗੇਟ ਅਚੀਵ ਕਰ ਸਕਦੇ। ਨਹੀਂ ਬਿਲਕੁਲ, ਜਦੋਂ ਆ ਤੁਸੀਂ ਬੜੀ ਵਧੀਆ ਗੱਲ ਕੀਤੀ ਆ ਕਿ ਜੇ ਕੋਈ ਹਮਲਾਵਰ ਚੜ੍ਹ ਕੇ ਆ ਜਾਂਦਾ ਤਾਂ ਜਿਸ ਤਰ੍ਹਾਂ ਦੀਆਂ ਗੰਨਾਂ ਲਈ ਫਿਰਦੇ ਆ, ਤੁਸੀਂ ਉਹਨਾਂ ਦਾ ਮੁਕਾਬਲਾ ਕਰ ਹੀ ਨਹੀਂ ਸਕਦੇ। ਜੇ ਮੁਕਾਬਲਾ ਫਿਰ ਵੀ ਕਰੋਗੇ, ਜਿਹੜੀ ਮੈਂ ਗੱਲ ਫੜਨੀ ਚਾਹੁੰਦਾ, ਤਾਂ ਫਿਰ ਵੀ ਕਤਲ ਤਾਂ ਇੱਕ ਦੋਨਾਂ ਪਾਸੇ ਹੋਣੇ ਨੇ। ਪਰ ਸਿਸਟਮ ਨੂੰ ਮੈਂ ਕਹਿਣਾ ਚਾਹੁੰਦਾ, ਸੁਰੱਖਿਆ ਤੰਤਰ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੇ ਲੋਕਾਂ ਨੂੰ ਪਹਿਲਾਂ ਨਕੇਲ ਕਿਉਂ ਨਹੀਂ ਪਾਈ ਜਾਂਦੀ। ਹੁਣ ਇੱਥੋਂ ਇੱਕ ਹੋਰ ਸਵਾਲ ਉੱਭਰ ਕੇ ਸਾਹਮਣੇ ਆਉਂਦਾ ਕਿ ਇੱਕ ਨਾ ਰਾਜਨੀਤਿਕ ਲੜਾਈ ਜੀ ਛਿੜੀ ਹੈ ਮੂਸੇਵਾਲਾ ਦੇ ਕਤਲ ਤੋਂ ਬਾਅਦ। ਅਕਾਲੀ ਕਹੀ ਜਾ ਰਹੇ ਆ ਜੀ ਇਹ ਸਰਕਾਰੀ ਸਿਸਟਮ ਨੂੰ ਫੇਲੀਅਰ ਕਹੀ ਜਾ ਰਿਹਾ, ਕਾਂਗਰਸੀ ਰਲ ਕੇ ਕਹੀ ਜਾ ਰਹੇ ਆ, ਅਤੇ ਸਰਕਾਰ ਉਹਨੂੰ ਛੁਪਾਉਣ ਦੇ ਲਈ ਹੋਰ ਤਰ੍ਹਾਂ ਦੇ ਹਵਾਲੇ ਦੇਈ ਜਾ ਰਹੀ ਹੈ ਕਿ ਉਦੋਂ ਜੀ ਦਿਲਸ਼ਾਦ ਅਖਤਰ ਮਰ ਗਿਆ ਸੀ, ਉਹਦਾ ਕਤਲ ਹੋ ਗਿਆ, ਵਰਿੰਦਰ ਦਾ ਕਤਲ ਹੋ ਗਿਆ, ਆ ਇੱਕ ਹੋਰ ਕਲਾਕਾਰ ਹੀ ਉਹ ਕੀ ਉਹਨੂੰ ਅਮਰ ਚਮਕੀਲਾ ਸ਼ਾਇਦ ਨਾਂ ਨਾਲ ਜਾਣਿਆ ਜਾਂਦਾ ਹੁੰਦਾ ਸੀ ਜੀ, ਉਹਨਾਂ ਦੋਵਾਂ ਜੀਆਂ ਦਾ ਕਤਲ ਕਰ ਦਿੱਤਾ। ਉਦੋਂ ਸਰਕਾਰ ਕਿਹਦੀ ਸੀ? ਧਾਰੀ ਮੁਖੀ ਮਾਤਾ ਚੰਦ ਕੌਰ ਦਾ ਕਤਲ ਹੋਇਆ, ਉਹਦੇ ਬਾਰੇ ਦੇ ਵਿੱਚ ਵੀ ਚਰਚਾ ਚੱਲੀ ਜਾਂਦੀ। ਨਹੀਂ ਕਹਿ ਰਹੇ ਨੇ ਕਿ ਉਦੋਂ ਸਰਕਾਰ ਕਿਹਦੀ ਸੀ? ਇਹ ਮਾਮਲਾ ਸਰਕਾਰ ਜਿਹਦੀ ਵੀ ਹੋਵੇ, ਪਰ ਫੇਲੀਅਰ ਤਾਂ ਹੈਗਾ ਨਾ। ਫੇਲੀਅਰ ਤੇ ਪ੍ਰਸ਼ਾਸਨ ਦਾ। ਅਸੀਂ ਉਹਨਾਂ ਦਾ ਫੇਲੀਅਰ ਦੱਸ ਕੇ ਆਪਣੀ ਗਲਤੀ ਤੇ ਪਰਦਾ ਨਹੀਂ ਨਾ ਪਾ ਸਕਦੇ। ਉਹਨਾਂ ਦਾ ਫੇਲੀਅਰ ਦੱਸ ਕੇ ਤੁਸੀਂ ਆਪਣੇ ਆਪ ਨੂੰ ਬਰੀ ਕਰਨਾ ਚਾਹੁੰਦੇ ਹੋ, ਬਰੀ ਕਰਨਾ ਚਾਹੁੰਦੇ ਹੋ, ਫਿਰ ਕਾਹਦਾ ਬਦਲਾਅ ਹੈ? ਕਿ ਜਿੰਨੇ ਫਿਰ ਹੋਰ ਤਬਦੀਲੀ ਹੈ। ਜੇ ਤੁਸੀਂ ਪ੍ਰਸ਼ਾਸਨ ਨੂੰ ਚੁਸਤ ਨਹੀਂ ਕਰ ਸਕੇ, ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਕਰਨ ਵਾਸਤੇ ਕੁਝ ਨਹੀਂ ਕਰ ਸਕਦੇ, ਜੇ ਇਹੋ ਹੀ ਐਕਸਕਿਊਜ਼ ਦੇਣੇ ਆ ਕਿ ਪਹਿਲੀਆਂ ਸਰਕਾਰਾਂ ਵੇਲੇ ਵੀ ਹੁੰਦਾ ਰਿਹਾ, ਹੁਣ ਵੀ ਹੁੰਦਾ ਰਿਹਾ, ਤੇ ਫਿਰ ਤੁਸੀਂ ਇੰਨੀਆਂ ਡਰਾਂ ਜਿਹੜੀਆਂ ਨੇ ਗਨਮੈਨਾਂ ਦੀਆਂ ਆਪਣੇ ਨਾਲ ਲਈ ਫਿਰਦੇ ਹੋ, ਕਾਹਦੇ ਲਈ ਲਈ ਫਿਰਦੇ? ਨਹੀਂ, ਹੁਣ ਇੱਥੇ ਇੱਕ ਹੋਰ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਬੜਾ ਹੈਰਾਨ ਹੁੰਨਾ ਸੁਣ ਕੇ ਸਾਡੇ ਲੋਕਾਂ ਦੀ ਮਾਨਸਿਕਤਾ, ਰਾਜਨੀਤਿਕ ਲੀਡਰਾਂ ਦੀ, ਤੇ ਆਮ ਜਿਹੜੇ ਆ ਫੇਸਬੁੱਕ ਵਿਦਵਾਨ ਨੇ ਕਮੈਂਟ ਬਾਜੀ 'ਚ ਰੁੱਝੇ ਰਹਿੰਦੇ ਆ। ਆਖੇ ਜੀ ਉਹਨੇ ਸਿੱਧੂ ਮੂਸੇਵਾਲੇ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੀ ਤਸਵੀਰ ਲਗਾਈ ਸੀ ਆਪਣੀ ਗੱਡੀ 'ਤੇ, ਉਹਨਾਂ ਨੂੰ ਸੰਤ ਮੰਨਦਾ ਸੀ, ਉਹਨਾਂ ਦੀ ਸੋਚ ਦੀ ਗੱਲ ਕਰਦਾ ਸੀ। ਉਹਨੇ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕਰਨ ਦੀ ਗੱਲ ਕੀਤੀ ਓਪਨਲੀ। ਸੰਗਰੂਰ ਜਾ ਕੇ ਲੋਕ ਸਭਾ ਹਲਕੇ ਦੀ ਜਿਹੜੀ ਹੁਣ ਜਿਮਨੀ ਚੋਣ ਹੋਣੀ ਆ ਉਹਦੇ ਵਿੱਚ ਪ੍ਰਚਾਰ ਕਰਨ ਦੀ ਗੱਲ ਕੀਤੀ। ਇਸ ਕਰਕੇ ਏਜੰਸੀਆਂ ਨੇ ਉਹਨੂੰ ਮਰਵਾ ਦਿੱਤਾ ਹੈ। ਮੇਰੇ ਖਿਆਲ ਨਾਲ ਇਹ ਵੀ ਕਿਤੇ ਨਾ ਕਿਤੇ ਆਪਣੇ ਫੇਲੀਅਰ ਦੇ ਉੱਤੇ ਪਰਦਾ ਪਾਉਣ ਦੀ ਗੱਲ ਹੈ ਕਿ ਆਪਣੇ ਜਿਹੜੇ ਸਮਰਥਕ ਨੇ, ਆਪਣੇ ਹਮਾਇਤੀ, ਉਹਨਾਂ ਕੋਲੋਂ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਜ਼ਰੀਏ ਕਿ ਲੋਕਾਂ ਦੀ ਜਿਹੜੀ ਹਮਦਰਦੀ ਉਸ ਪਰਿਵਾਰ ਨਾਲ ਘਟ ਜਾਵੇ। ਪਰ ਮੇਰੇ ਖਿਆਲ ਨਾਲ ਸਿਮਰਨਜੀਤ ਸਿੰਘ ਮਾਨ 'ਤੇ ਕੋਈ ਅਜਿਹਾ ਹਊਆ ਨਹੀਂ ਗਾ। ਜੇ ਲੋਕ ਕਤਲ ਕਰਨਾ ਹੋਵੇ ਤਾਂ ਲੋਕ ਉਹ ਏਜੰਸੀਆਂ ਉਹਦਾ ਕਰਨ, ਜਿੱਥੋਂ ਇਹ ਗੱਲ ਹੀ ਤੁਰਦੀ ਹੈ। ਸੋ ਮੇਰੇ ਖਿਆਲ ਨਾਲ ਅਜਿਹਾ ਪ੍ਰਚਾਰ ਵੀ ਨਹੀਂ ਬਣਦਾ। ਇਹ ਨੌਜਵਾਨ ਦੀ ਮੌਤ ਦੇ ਉੱਤੇ ਜਿਹੜਾ ਆਇਆ, ਇਹ 'ਤੇ ਚਿੰਤਨ ਮੰਥਨ ਕਰਨ ਦੀ ਲੋੜ ਆ ਕਿ ਆਉਣ ਵਾਲੇ ਸਮੇਂ 'ਚ ਅਜਿਹਾ ਨਾ ਵਾਪਰੇ। ਦੀਪ ਸਿੱਧੂ ਦਾ ਕਤਲ, ਉਹਨੂੰ ਚਲੋ ਰੋਡ ਐਕਸੀਡੈਂਟ ਹੋਇਆ ਸੀ, ਕਿਸੇ ਨੇ ਉਹਨੂੰ ਕਤਲ ਕਿਹਾ, ਕਿਸੇ ਨੇ ਰੋਡ ਐਕਸੀਡੈਂਟ ਕਿਹਾ, ਕਿਸੇ ਨੇ ਰੂਟੀਨ 'ਚ ਕਿਹਾ, ਸਾਜ਼ਿਸ਼ ਕਿਹਾ, ਬੜਾ ਕੁਝ ਕਿਹਾ। ਚਲੋ ਸਾਡੇ ਕੋਲ ਤਾਂ ਇਹ ਕੋਈ ਜਾਣਕਾਰੀ ਜਿਹੀ ਹੈ ਨਹੀਂ ਕਿ ਅਸੀਂ ਉਹਨੂੰ ਉੱਤੇ ਮੋਹਰ ਲਾ ਸਕੀਏ। ਸੋ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਲਈ, ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਰਕਾਰ ਕੋਲ ਕੀ ਰੋਡ ਮੈਪ ਹੈ, ਉਹਨਾਂ ਨੂੰ ਕੀ ਰੋਡ ਮੈਪ ਤਿਆਰ ਕਰਨਾ ਚਾਹੀਦਾ ਜੇ ਨਹੀਂ ਅਜੇ ਤੱਕ ਬਣਿਆ? ਸਰਕਾਰ ਕੋਲ ਕੋਈ ਰੋਡ ਮੈਪ ਹੈ ਨਹੀਂ। ਸਰਕਾਰ ਦਾ ਤੇ ਆਪਣਾ ਨਹੀਂ ਪਤਾ ਲੱਗਣ ਗਿਆ ਕਿ ਰੋਡ ਮੈਪ ਕੀ ਹੈ। ਜਿਹੜੇ ਸਰਕਾਰ ਦੇ ਮੁਖੀ ਕੱਲ੍ਹ ਤੱਕ ਇਹ ਗੱਲਾਂ ਕਹਿੰਦੇ ਕਿ ਜਿਹੜੇ ਪੋਲੀਟੀਕਲ ਲੋਕ ਜਿਨ੍ਹਾਂ ਨੂੰ ਖਤਰਾ ਹੈ, ਜਿਨ੍ਹਾਂ ਨੇ ਚੱਜ ਦੇ ਕੰਮ ਕੀਤੇ ਹੋਣ ਤੇ ਇਹਨਾਂ ਨੂੰ ਖਤਰਾ ਕਾਹਦਾ, ਇਹ ਆਣ ਕੇ ਕਿਤੇ 10 ਮਿੰਟ ਆ ਲੁਧਿਆਣੇ ਬੱਸ ਸਟੈਂਡ 'ਤੇ ਖਲੋ ਕੇ ਵੇਖ ਲਏ, ਚੌਂਕ 'ਚ ਖਲੋ ਕੇ ਵੇਖ ਲਏ, ਤੇ ਜਾਂਦੀ ਵਾਰੀ ਸ਼ਕਲ ਪਛਾਣੀ ਗਿਆ ਤੇ ਵੇਖ ਲਏ, ਤੇ ਇਹਨੂੰ ਆਪਣੇ 'ਤੇ ਇੰਪਲੀਮੈਂਟ ਨਹੀਂ ਕੀਤਾ ਜਾਂਦਾ। ਆਪਣੇ 'ਤੇ ਇੰਪਲੀਮੈਂਟ ਕਰਕੇ ਵੇਖੋ। ਅੱਜ ਤੁਸੀਂ 7-7, 800 ਬੰਦੇ ਦੀਆਂ ਡਾਰਾਂ ਨਾਲ ਲਈ ਫਿਰਦੇ ਹੋ। ਕੀ ਗੱਲ ਹੈ, ਤੁਹਾਨੂੰ ਮਾਨਸਿਕ ਬਿਨਾਂ ਸਿਕਿਉਰਿਟੀ ਦੇ ਜਾਣ ਲੱਗਿਆ? ਕੀ ਗੱਲ ਹੈ, ਕੋਈ ਪਾਸਪੋਰਟ ਲੈਣਾ ਪੈਣਾ ਜਾਂ ਕੋਈ ਵੱਖਰਾ ਵੀਜ਼ਾ ਲਵਾਉਣਾ ਪੈਣਾ? ਤੁਸੀਂ ਕਿਉਂ ਨਹੀਂ ਜਾਂਦੇ? ਅੱਜ ਜਾ ਕੇ ਲਾ ਕੇ ਵਿਖਾਓ ਕਿਸ ਭਾਬੀ ਦੀ ਹੈ। ਅਤੇ ਜੇ ਇਹੋ ਕੁਝ ਤੁਸੀਂ ਕਰਨਾ ਹੈਗਾ, ਜਿਹੜੇ ਬੰਦੇ
ਕੱਲ ਤੱਕ ਆਪਣੇ ਪੋਸਟਰ ਆਪ ਲਾਉਂਦੇ ਸੀ, ਅੱਜ ਡਾਰਾਂ ਗਨਮੈਨਾਂ ਦੀਆਂ ਨਾਲ ਚੁੱਕੀ ਫਿਰਦੇ। ਯਾਰ ਤੁਹਾਨੂੰ ਵੱਖਰੀ ਕੀ ਹੋ ਗਿਆ? ਤੁਸੀਂ ਅਜੇ ਤਾਂ ਕੀਤਾ ਹੀ ਕੁਝ ਨਹੀਂ, ਕਾਹਦਾ ਡਰ ਪੈ ਗਿਆ ਤੁਹਾਨੂੰ? ਨਹੀਂ ਇਹ ਤੇ ਨਾ ਲੋਕਾਂ ਨੇ ਹੋਰ ਵੀ ਇਤਰਾਜ਼ ਉਠਾਇਆ। ਜਿਨ੍ਹਾਂ ਲੋਕਾਂ ਦੀ ਹਿਫਾਜ਼ਤ ਕਰਨ ਵਾਸਤੇ, ਜਿਸ ਪਬਲਿਕ ਦੀ ਹਿਫਾਜ਼ਤ ਕਰਨ ਵਾਸਤੇ, ਜਿਸ ਵਿਗੜ ਚੁੱਕੇ ਤਾਣੇ ਨੂੰ ਸੂਤ ਕਰਨ ਵਾਸਤੇ ਲੋਕਾਂ ਨੇ ਤੁਹਾਨੂੰ ਅੱਗੇ ਲਿਆਂਦਾ, ਤੇ ਜੇ ਤੁਹਾਡੇ ਕੋਲੋਂ ਕੋਈ ਤਾਣੀ ਨਹੀਂ ਸੁਲਝਦੀ ਪਈ ਤੇ ਤੁਸੀਂ ਪੁਰਾਣਿਆਂ ਦਾ ਹਵਾਲਾ ਦੇ ਦੇ ਕੇ ਜੀ ਉਦੋਂ ਵੀ ਇੰਝ ਹੋਇਆ ਸੀ, ਉਦੋਂ ਵੀ ਇੰਝ, ਇਹਦੇ ਨਾਲ ਬਰੀ ਥੋੜ੍ਹਾ ਹੋ ਜਾਓ। ਲੋੜ ਤੇ ਆ ਕਿ ਸਿਰ ਜੋੜ ਕੇ ਬੈਠ ਕੇ ਸੋਚਣ ਦੀ ਕਿ ਇਹਦੇ 'ਚ ਕਮੀ ਕਿੱਥੇ ਰਹੀ ਆ, ਜਿਹੜੀ ਵਾਰਦਾਤ ਹੋ ਗਈ ਆ ਇਹਨੂੰ ਅੱਗੇ ਰੋਕਿਆ ਜਾਵੇ। ਪਰ ਐਸਾ ਨਜ਼ਰ ਨਹੀਂ ਆ ਰਿਹਾ। ਇੱਕ ਦੇ ਬਾਅਦ ਇੱਕ ਲਗਾਤਾਰ ਰੋਜ਼ ਕੋਈ ਨਾ ਕੋਈ ਅਣਸੁਖਾਵੀ ਘਟਨਾ ਪੰਜਾਬ ਦੇ ਵਿੱਚ ਵਾਪਰ ਰਹੀ ਹੈ, ਜਿਹਨੇ ਪੰਜਾਬ ਵਾਸੀਆਂ ਨੂੰ ਚਿੰਤਤ ਕੀਤਾ ਹੋਇਆ। ਔਰ ਹੁਕਮਰਾਨ ਗਹਿਰੀ ਨੀਂਦੇ ਸੁੱਤੇ ਪਏ ਨੇ। ਸਵਾਲ ਲੋਕਾਂ ਨੇ ਹੁਕਮਰਾਨਾਂ ਨੂੰ ਕਰਨੇ ਨੇ, ਜਿਹੜੇ ਸੱਤਾ ਦੇ ਵਿੱਚ ਨੇ ਸਵਾਲ ਉਹਨਾਂ ਨੂੰ ਕਰਨੇ ਨੇ। ਜਿਹੜੇ ਸੱਤਾ 'ਚੋਂ ਨਿਕਲ ਚੁੱਕੇ ਨੇ ਉਹਨਾਂ ਨੂੰ ਤਾਂ ਲੋਕਾਂ ਨੇ ਈਦ ਪਿਆਜ਼ ਉਹਨਾਂ ਦਾ ਨੰਗਾ ਕਰਕੇ ਵਿਖਾ ਦਿੱਤਾ ਕਿ ਤੁਹਾਡੀਆਂ ਕੀਤੀਆਂ ਦਾ ਫਲ ਤੁਹਾਨੂੰ ਦੇ ਦਿੱਤਾ, ਤੁਸੀਂ ਘਰ ਬੈਠੇ ਹੋ। ਨਹੀਂ ਮੈਂ ਉਹੀ ਤੁਹਾਨੂੰ ਮੌਕਾ ਦਿੱਤਾ, ਤੁਹਾਡਾ ਫਰਜ਼ ਬਣਦਾ ਹੈ ਇਸ ਵੇਲੇ ਪੰਜਾਬੀਆਂ ਦੀ ਜਾਨ ਮਾਲ ਦੀ ਹਿਫਾਜ਼ਤ ਕਰਨਾ। ਨਹੀਂ ਮੈਂ ਉਹੀ ਗੱਲ ਕਰਨਾ ਚਾਹੁੰਦਾ ਕਿ ਲੋਕਾਂ 'ਚ, ਜਨਤਾ 'ਚ ਇੱਕ ਇਤਰਾਜ਼ ਬੜਾ ਵੱਡਾ ਉੱਠਦਾ ਨਜ਼ਰ ਆ ਰਿਹਾ। ਲੋਕ ਕਹਿੰਦੇ ਨੇ ਕਿ ਜੇ ਤੁਸੀਂ ਅਕਾਲੀਆਂ ਦੀ ਗੱਲ ਕਰਦੇ ਹੋ, ਕਾਂਗਰਸ ਦੀ ਗੱਲ ਕਰਦੇ ਹੋ ਕਿ ਉਹਨਾਂ ਦੇ ਰਾਜ 'ਚ ਵੀ ਆਹ ਕੁਝ ਹੁੰਦਾ ਰਿਹਾ, ਤੇ ਉਹਨਾਂ ਨੂੰ ਸ਼ੀਸ਼ਾ ਵੀ ਵਿਖਾਇਆ ਕਿ ਵੱਡੇ ਵੱਡੇ ਜਿਹੜੇ ਥੰਮ ਸੀ ਨਾ ਲੋਕਾਂ ਨੇ ਸੁੱਟੇ ਆ। ਨਾ ਕਿ ਉਹ ਭਗਵੰਤ ਮਾਨ ਸਾਹਿਬ ਨੇ ਸੁੱਟਿਆ, ਨਾ ਕੇਜਰੀਵਾਲ ਸਾਹਿਬ ਨੇ, ਨਾ ਰਾਘਵ ਚੱਡੇ ਨੇ, ਨਾ ਹੋਰ ਜਿਹੜਾ ਸਿਸਟਮ ਹੈ ਸਾਰਾ ਇਹਨਾਂ ਦਾ, ਉਹਨਾਂ ਨਹੀਂ ਸੁੱਟੇ। ਇਹ ਲੋਕਾਂ ਨੇ ਮਨ ਬਣਾ ਲਿਆ ਸੀ ਕਿ ਇਸ ਵਾਰ ਅਸੀਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਵਾਂਗੇ ਤੇ ਨਾਲ ਲੋਕਾਂ ਨੂੰ ਇਹਨਾਂ ਦੀ ਔਕਾਤ ਦੱਸਾਂਗੇ ਕਿ ਤੁਸੀਂ ਪੰਜਾਬ ਨਾਲ ਧਰੋ ਕਮਾਉਂਦੇ ਆਏ ਹੋ। ਤੇ ਹੁਣ ਆ ਕੇ ਜਦੋਂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਹਾਂ ਕਿਤੇ ਆਮ ਰੋਡ ਐਕਸੀਡੈਂਟ ਹੋ ਜਾਂਦਾ ਜਾਂ ਉਸ ਤਰ੍ਹਾਂ ਕੁਦਰਤੀ ਮੌਤ ਹੋ ਜਾਂਦੀ ਤਾਂ ਕੋਈ ਕਿਸੇ ਤੇ ਸਵਾਲ ਨਹੀਂ ਸੀ ਉੱਠਣਾ। ਪਰ ਜਦੋਂ ਇਸ ਤਰ੍ਹਾਂ ਦਾ ਮੁਕਾਬਲਾ ਬਣਾ ਕੇ ਮਾਰਿਆ ਜਾਵੇ, ਅਜਿਹੀ ਸਾਜ਼ਿਸ਼ ਕਰਕੇ ਮਾਰਿਆ ਜਾਵੇ, ਤੇ ਉੱਥੇ ਸੀਐਮ ਸਾਹਿਬ ਦਾ ਹਮਦਰਦੀ ਭਰਿਆ ਇੱਕ ਵੀ ਬਿਆਨ ਨਾ ਆਉਣਾ। ਜਾਂ ਮਾਨਸੇ ਤੁਸੀਂ ਗੱਲ ਕੀਤੀ ਆ ਕਿ ਉਹੀ ਪੰਜਾਬ ਹੈ ਜਿੱਥੇ ਉਹ ਕਈ ਵਾਰੀ ਕਣਕ ਦੀ ਨਾੜ ਦੀ ਅੱਗ ਬੁਝਾਉਣ ਭੱਜੇ ਫਿਰਦੇ ਹੁੰਦੇ ਸੀ, ਨੰਗੇ ਪੈਰੀ ਤੁਰੇ ਫਿਰਦੇ ਹੁੰਦੇ ਸੀ। ਉਹੀ ਮਾਨਸਾ ਆ, ਉਹੀ ਪਰਿਵਾਰ ਹੈ, ਉਹੀ ਗੱਲ ਹੈ। ਉੱਥੇ ਸਿਕਿਉਰਿਟੀ ਲੈ ਕੇ ਵੀ ਜਾ ਸਕਦੇ ਸੀ, ਉਹਦਾ ਹਮਦਰਦੀ ਜਤਾ ਸਕਦੇ ਸੀ। ਜਿਹੜੀ ਉਹਨਾਂ ਨੇ ਮੰਗਾਂ ਬਾਅਦ 'ਚ ਵੀ ਮੇਰੇ ਖਿਆਲ ਨਾਲ ਆਪਾਂ ਭਰੋਸਾ ਦਿੱਤਾ ਆ, ਆਪਾਂ ਉਹਨਾਂ ਦੇ ਘਰ ਖੜ੍ਹ ਕੇ ਵੀ ਦੇ ਸਕਦੇ ਸਾਂ। ਸੋ ਮਾਨ ਸਾਹਿਬ ਦਾ ਚਿਹਰਾ ਲੋਕ ਕਹਿੰਦੇ ਆ ਕਿ ਪਹਿਲਾਂ ਨਾਲੋਂ ਕਾਫੀ ਬਦਲ ਚੁੱਕਾ, ਜਿਉਂ ਦਾ ਸੱਤਾ ਹੱਥ ਆਈ ਆ। ਤੇ ਜੇ ਇਸ ਤਰ੍ਹਾਂ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਹੋਰ ਨੁਕਸਾਨ ਕਹਿੰਦੇ ਆ, ਉਹ ਭਾਵੇਂ ਜਵਾਨੀ ਦੇ ਰੂਪ 'ਚ ਆ, ਕਿਸਾਨੀ ਦੇ ਰੂਪ 'ਚ ਆ, ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਨੂੰ ਉਠਾਉਣਾ ਪਏਗਾ। ਦੇਖੋ WhatsApp ਹੱਥ ਕੰਗਣ ਨੂੰ ਆਰਸੀ ਦੀ ਲੋੜ ਨਹੀਂ ਹੁੰਦੀ ਜਦੋਂ ਸਬੂਤ ਸਾਹਮਣੇ ਹੋਵੇ, ਤੇ ਉੱਥੇ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ ਦਿੰਦੇ ਫਿਰ। ਜੋ ਕੁਛ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਇਹ ਜਿਨ੍ਹਾਂ ਸਾਬਕਾ ਲੀਡਰਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੀ ਅੱਜ ਤੋਂ ਸਾਲ ਪਹਿਲਾਂ ਜਾਂ 2-4-6 ਮਹੀਨੇ ਪਹਿਲਾਂ ਮੂਸੇਵਾਲੇ ਦੇ ਪ੍ਰਤੀ ਕੀ ਸਟੇਟਮੈਂਟਸ ਆਉਂਦੀਆਂ ਬਿਲਕੁਲ ਸੁਣਦੇ ਰਹੇ, ਔਰ ਅੱਜ ਉਹ ਕਿਵੇਂ ਮਗਰਮੱਛ ਦੇ ਹੰਝੂ ਵਗਾ ਰਹੇ ਨੇ, ਇਹ ਵੀ ਸਭ ਕੁਝ ਨਜ਼ਰ ਆ ਰਿਹਾ। ਇਹਦਾ ਮਤਲਬ ਇਹ ਹੈ ਕਿ ਲੀਡਰਾਂ ਨੂੰ ਵੀ ਇਹ ਸੁਚੇਤ ਹੋਣਾ ਚਾਹੀਦਾ ਕਿ ਸੱਚ ਬੋਲਿਆ ਕਰੋ। ਜੇ ਤਾਂ ਤੁਸੀਂ ਕਿਸੇ ਨੂੰ ਮਾੜਾ ਗਿਣਦੇ ਹੋ ਤਾਂ ਕੱਲ੍ਹ ਮਾੜਾ ਤੇ ਅੱਜ ਵੀ ਮਾੜਾ, ਤੇ ਜੇ ਤੁਸੀਂ ਕਿਸੇ ਨੂੰ ਚੰਗਾ ਗਿਣਦੇ ਹੋ ਤੇ ਚੰਗਾ ਹੀ ਰਹਿਣਾ। ਇਸ ਕਰਕੇ ਸੋਚ ਸਮਝ ਕੇ ਆਪਣੀ ਸਟੇਟਮੈਂਟ ਦਿਓ, ਲੋਕਾਂ ਦੇ ਮਜ਼ਾਕ ਦਾ ਪਾਤਰ ਨਾ ਬਣੋ ਕਿ ਕੱਲ੍ਹ ਤੁਸੀਂ ਕੁਝ ਕਹੋ ਤੇ ਅੱਜ ਤੁਸੀਂ ਕੁਝ ਕਹੋ। ਲੋਕ ਇਹ ਗੱਲ ਸਮਝਣ ਲੱਗ ਗਏ ਨੇ ਕਿ ਸਾਡੇ ਲੀਡਰ ਜਿਹੜੇ ਨੇ ਨਾ, ਇਹਨਾਂ ਨੂੰ ਦਾਦਾ ਸਾਹਿਬ ਪਾਲ ਕੇ ਵਾੜ ਦੇਣਾ ਚਾਹੀਦਾ, ਕਿਉਂਕਿ ਐਕਟਿੰਗ ਬੜੀ ਟੌਪ ਦੀ ਕਰ ਰਹੇ। ਨਹੀਂ ਮੈਂ ਤੁਹਾਡੀ ਗੱਲ 'ਚ ਇਹ ਸਾਬਕਾ ਨੇ ਵੀ ਕੀਤੀ ਹੈ ਤੇ ਮੌਜੂਦਾ ਵੀ ਕਰ ਰਹੇ। ਨਹੀਂ ਇਹ ਵਾਅਦਾ ਕਰਨ ਲੱਗਾ ਹੈ ਕਿ ਸੁਖਬੀਰ ਬਾਦਲ ਕਹਿੰਦੇ ਨੇ ਆਪਣੀ ਕਾਂਗਰਸ ਦੀ ਸਰਕਾਰ ਜਦੋਂ ਇਲੈਕਸ਼ਨ ਤੋਂ ਪਹਿਲਾਂ ਕਿ ਸਿੱਧੂ ਮੂਸੇਵਾਲਾ ਗੈਂਗਸਟਰ ਹੈ, ਜਦੋਂ ਉਹਨੂੰ ਕਾਂਗਰਸ 'ਚ ਸ਼ਾਮਲ ਕੀਤਾ ਤੇ ਕੈਪਟਨ ਸਾਹਿਬ ਉਦੋਂ ਪਾਸੇ ਹੋ ਚੁੱਕੇ ਸੀ। ਉਹਨਾਂ ਵੀ ਕਿਹਾ ਕਿ ਗੈਂਗਸਟਰ ਹੈ, ਇਹ ਕਲਚਰ ਖਰਾਬ ਕਰਨਗੇ ਪੰਜਾਬ ਦਾ। ਤੇ ਜਦੋਂ ਕਤਲ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਆ ਉਹ ਹਮਦਰਦੀ ਗਵਰਨਰ ਨੂੰ ਮੇਰਾ ਖਿਆਲ ਮੰਗ ਪੱਤਰ ਦੇਣ ਜਾਣ ਡੇ ਆ। ਸੋ ਇਸ ਤਰ੍ਹਾਂ ਦਾ ਕਰ ਰਹੇ ਆ। ਤੇ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ, ਕਿਸੇ ਨੇ ਹੁਣ ਸੋਸ਼ਲ ਮੀਡੀਆ 'ਤੇ ਪੋਸਟਾਂ ਸਾਂਝੀਆਂ ਕੀਤੀਆਂ, ਉਹ ਵੀ ਪੰਜਾਬੀ ਗਾਇਕ ਮਨਕੀਰਤ ਔਲਖ। ਉਹ 2014 ਦੇ ਵਿੱਚ ਜਦੋਂ ਅਕਾਲੀ ਸਰਕਾਰ ਸੀ, ਉਹ ਜੇਲ੍ਹ ਦੇ ਵਿੱਚ ਅਖਾੜਾ ਲਾ ਰਿਹਾ ਵਿੱਕੀ ਮਿੱਡੂ ਖੇੜਾ ਦੇ ਸਪਾਂਸਰ ਕਰਨ 'ਤੇ, ਲਾਰੈਂਸ ਬਿਸ਼ਨੋਈ ਉਹਨਾਂ ਦੇ ਕੋਲ ਜਾ ਕੇ। ਉੱਥੇ ਸਿਫਤ ਹੋ ਰਹੀ ਆ ਕਿ ਮਨਕੀਰਤ ਕਹਿ ਰਿਹਾ ਕਿ ਵਿੱਕੀ ਮਿੱਡੂ ਖੇੜਾ ਮੇਰੇ ਕੋਲ ਸੁਖਬੀਰ ਸਿੰਘ ਬਾਦਲ ਦੀ ਬੜੀ ਸਿਫਤ ਕਰਦੇ ਆ ਕਿ ਬੜਾ ਵਧੀਆ ਇਨਸਾਨ ਨੇ ਬਾਦਲ ਸਾਹਿਬ, ਉਹ ਇੰਝ ਕਰਦੇ ਨੇ, ਉਹ ਇੰਝ ਕਰਦੇ। ਕਹਿੰਦੇ ਮੈਂ ਵੀ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹਾਂ। ਮਤਲਬ ਕਿ ਜਿਹੜਾ ਗੈਂਗਸਟਰ ਕਲਚਰ ਆ, ਇਹਨੂੰ ਅਸੀਂ ਪ੍ਰਮੋਟ ਕੀਤਾ। ਫਿਰ ਜੇ ਅਸੀਂ ਇਹਨਾਂ ਗਾਇਕਾਂ ਦੇ ਅਖਾੜੇ ਲਵਾ ਰਹੇ ਹਾਂ ਜੇਲ੍ਹਾਂ 'ਚ ਆਪਣੇ ਬੰਦਿਆਂ ਕੋਲ ਸਪਾਂਸਰ ਕਰਵਾ ਕੇ, ਤੇ ਅੱਜ ਜਿਹੜੇ ਫਿਰ ਨਤੀਜੇ ਅਸੀਂ ਭੁਗਤ ਰਹੇ ਹਾਂ, ਕਿਤੇ ਨਾ ਕਿਤੇ ਇਹਨਾਂ ਲੋਕਾਂ ਦੀ ਵੀ ਦੇਣ ਹੈ। ਬਿਲਕੁਲ ਇਹਨਾਂ ਨੂੰ ਵੀ ਆਪਣੇ ਤੇ ਚਿੰਤਨ ਮੰਥਨ ਕਰਨਾ ਚਾਹੀਦਾ ਕਿ ਜੇ ਸਾਡੇ ਕੋਲੇ ਗਲਤੀਆਂ ਹੋਈਆਂ ਤੇ ਆਉਣ ਵਾਲੇ ਸਮੇਂ 'ਚ ਅਸੀਂ ਸਰਕਾਰ ਤੇ ਦੂਸ਼ਣਬਾਜ਼ੀ ਕਰਕੇ ਮੌਜੂਦਾ ਤੇ ਆਪਣੀਆਂ ਗਲਤੀਆਂ ਤੇ ਪਰਦਾ ਨਾ ਪਾਈਏ, ਸਗੋਂ ਇਹ 'ਚੋਂ ਨਿਕਲਣ ਦੀ ਕੋਸ਼ਿਸ਼ ਕਰੀਏ। WhatsApp ਗੱਲ ਇਹ ਆ ਵੀ ਗਲਤੀਆਂ ਦਾ ਮੰਥਨ ਤੇ ਤਾਂ ਕਰਨਗੇ ਨਾ ਜੇ ਮੰਥਨ ਕਰਨਾ ਚਾਹਣਗੇ, ਉਹ ਤਾਂ ਕਰਦੇ ਨਹੀਂ ਐਕਟਿੰਗ। ਇੱਥੇ ਤਾਂ ਐਕਟਿੰਗ ਹੈ ਕਿ ਤੁਸੀਂ ਲੋਕਾਂ ਨੂੰ ਕਿਵੇਂ ਵੱਧ ਤੋਂ ਵੱਧ ਮੂਰਖ ਬਣਾ ਸਕਦੇ ਹੋ। ਹੁਣ ਉਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਬਣਾਈਏ, ਇਹਨਾਂ ਨੇ ਬਣਾ ਲਿਆ।
ਇਹਨਾਂ ਦਾ ਵੀ 2 ਮਹੀਨਿਆਂ ਦੇ ਵਿੱਚ ਲੋਕਾਂ ਦੇ ਵਿੱਚ ਹੀਟ ਪਿਆ, ਕਾਫੀ ਹੱਦ ਤੱਕ ਨੰਗਾ ਹੋ ਗਿਆ, ਨੀਤੀਆਂ ਸਾਹਮਣੇ ਆਉਣ ਲੱਗ ਗਈਆਂ। ਲੋਕ ਕਈ ਵਾਰੀ ਪਰਸਨਲੀ ਗੱਲਬਾਤ ਦੇ ਵਿੱਚ ਤੁਸੀਂ ਵੇਖੋ ਤੇ ਲੋਕ ਇਹ ਕਹਿਣ ਲੱਗ ਗਏ ਆ ਕਿ ਯਾਰ ਗਲਤੀ ਹੋ ਗਈ, ਪਰ ਗਲਤੀ ਹੋ ਗਈ ਆ ਤੇ ਇਸ ਗਲਤੀ ਦਾ ਸੁਧਾਰ ਕੀ ਆ? ਪਿਛਲੀ ਗਲਤੀ ਦੇ ਸੁਧਾਰ ਦੇ ਰੂਪ ਵਿੱਚ ਇਹ ਆ ਗਏ, ਹੁਣ ਇਹਨਾਂ ਦਾ ਸੁਧਾਰ ਦੇ ਰੂਪ ਦੇ ਵਿੱਚ ਕੀ ਅੱਗੇ ਆਏ ਤੇ ਫਿਰ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ। ਲੋਕ ਤਾਂ ਟੱਗੇ ਗਏ, ਉਹੀ ਗੱਲ ਹੋ ਗਈ ਇੱਕ ਵਾਰੀ ਤੂੰ ਚੱਲ ਤੇ ਮੈਂ, ਮਤਲਬ ਫਿਰ ਤਬਦੀਲੀ ਕੀ ਆਈ? ਗੱਲ ਤੇ ਇਹ ਆ ਕਿ ਜਿਹੜੀਆਂ ਹਰਕਤਾਂ ਜਾਂ ਜੋ ਕੁਝ ਤੁਸੀਂ ਸੱਤਾ 'ਚ ਆਉਣ ਤੋਂ ਪਹਿਲਾਂ ਕਰਦੇ ਸੀ, ਅੱਜ ਤੁਹਾਡੇ ਕੋਲ ਕਿਉਂ ਨਹੀਂ ਨਜ਼ਰ ਆ ਰਿਹਾ? ਇਹਦਾ ਮਤਲਬ ਇਹ ਹੈ ਕਿ ਤੁਸੀਂ ਗਿਣ ਮਿਥ ਕੇ ਲੋਕਾਂ ਨੂੰ ਮੂਰਖ ਬਣਾਇਆ। ਔਰ ਕੋਈ ਇੱਕ ਵਾਰ ਠੱਗਿਆ ਜਾਂਦਾ ਹੋਵੇ ਤੇ ਫਿਰ ਉਹਦੀ ਗਲਤੀ ਹੁੰਦੀ ਹੈ, ਤੇ ਬਾਰ-ਬਾਰ ਠੱਗਿਆ ਜਾਵੇ ਤਾਂ ਉਹ ਮੂਰਖ ਹੁੰਦਾ। ਤੇ ਪੰਜਾਬੀਆਂ ਨੇ ਆਪਣੀ ਅਕਲਮੰਦੀ ਦਾ ਸਬੂਤ ਪਿੱਛੇ ਦਿੱਤਾ ਹੈ, ਪਰ ਚੋਣ ਦੇ ਰੂਪ ਦੇ ਵਿੱਚ ਕੀ ਅੱਗੇ ਆਇਆ ਇਹਦਾ ਕੋਈ ਸਾਰਥਕ ਸਿੱਟਾ ਸਾਹਮਣੇ ਨਹੀਂ ਆਇਆ। ਆਉਣ ਵਾਲੇ ਭਵਿੱਖ ਦੇ ਵਿੱਚ ਆ ਜਾਏ, ਕਿਉਂਕਿ ਅਜੇ ਬਹੁਤ ਥੋੜ੍ਹਾ ਸਮਾਂ ਹੋਇਆ, ਪਰ ਇਸ ਥੋੜ੍ਹੇ ਸਮੇਂ ਦੇ ਵਿੱਚ ਜੇ ਇਸ ਤਰ੍ਹਾਂ ਦੀ ਕੀਮਤ ਅਦਾ ਕਰਨੀ ਪਊ ਤੇ ਮੇਰਾ ਖਿਆਲ ਹੈ ਬਹੁਤ ਲੰਮਾ ਸਮਾਂ ਪੰਜਾਬ ਕੀਮਤ ਅਦਾ ਕਰਨ ਜੋਗਾ ਨਹੀਂ ਹੈ। ਨਹੀਂ ਹੁਣ ਪੰਜਾਬ ਦਾ ਅੱਗੇ ਹੀ ਬੜਾ ਨੁਕਸਾਨ ਹੋ ਗਿਆ, ਤੇ ਜੇ ਇੱਦਾਂ ਦੀਆਂ ਘਟਨਾਵਾਂ ਦੇ ਰੂਪ ਵਿੱਚ ਸਮਾਂ ਦਿੱਤਾ ਜਾਣਾ ਤੇ ਇਹਦੇ 'ਤੇ ਮੁੜ ਗੌਰ ਕਰਨ ਦੀ ਲੋੜ ਪਊਗੀ। ਇੱਦਾਂ ਦੀਆਂ ਘਟਨਾਵਾਂ ਇੰਨੇ ਮਹਿੰਗੇ ਭਾਅ ਦੇ ਵਿੱਚ ਤਬਦੀਲੀ ਸਾਨੂੰ ਵਾਰਾ ਨਹੀਂ ਖਾਂਦੀ। ਤੇ ਹੁਣ ਇੱਕ ਨਾ ਪਿੱਛੇ ਘਟਨਾ ਯਾਦ ਕਰੋ, ਬਾਬਾ ਰਣਜੀਤ ਸਿੰਘ ਢੱਡਰੀਆਂ ਕਲਾਂ ਵਾਲੇ, ਜਿਹਨੂੰ ਸੰਤ ਰਣਜੀਤ ਸਿੰਘ ਢੱਡਰੀਆਂ ਕਲਾਂ ਵਾਲਾ ਵੀ ਕਿਹਾ ਜਾਂਦਾ, ਤੇ ਦਮਦਮੀ ਟਕਸਾਲ ਦੇ ਵੀ ਜਿਹੜੇ ਮੁਖੀ ਸਨ, ਉਹਨਾਂ ਦਾ ਕੋਈ ਆਪਸੀ ਤਕਰਾਰ ਹੋ ਗਿਆ, ਉਦੋਂ ਵੀ ਗੋਲੀਬਾਰੀ ਹੋਈ, ਮਾਰਨ ਦੀ ਕੋਸ਼ਿਸ਼ ਕੀਤੀ ਗਈ, ਚਲੋ ਉਹਨਾਂ ਦਾ ਬਚਾਅ ਹੋ ਗਿਆ। ਤਾਂ ਉਸ ਤੋਂ ਬਾਅਦ ਫਿਰ ਤਕਰਾਰ ਹੋਈ, ਤਾਂ ਇਹਨਾਂ ਦਾ ਕੋਈ ਬੁਲਾਰਾ ਸੀ ਦਮਦਮੀ ਟਕਸਾਲ ਵਾਲਿਆਂ ਦਾ, ਉਹਨੇ ਕਿਹਾ ਕਿ ਮੇਰੇ ਡੱਬ 'ਚ ਪਿਸਟਲ ਹੁੰਦਾ ਤੇ 6 ਦੀਆਂ 6 ਗੋਲੀਆਂ ਮੈਂ ਲਗਾ ਦੇਣੀਆਂ ਜੇ ਕਿਸੇ ਨੇ ਟਕਸਾਲ ਦੇ ਵਿਰੁੱਧ ਬੋਲਿਆ। ਤਾਂ ਮੈਨੂੰ ਯਾਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤੇ ਬੜਾ ਉਹਨਾਂ ਤਿੱਖਾ ਸਪਸ਼ਟ ਸਟੈਂਡ ਲਿਆ ਕਿ ਜੇ ਕਿਸੇ ਨੇ ਦੁਬਾਰਾ ਅਜਿਹੀ ਕੋਈ ਬਿਆਨਬਾਜ਼ੀ ਕੀਤੀ ਜਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਤੇ ਮੇਰੇ ਖਿਆਲ ਨਾਲ ਅਗਲੇ ਦਿਨ ਉਸ ਜਥੇਦਾਰ ਨੂੰ ਮਾਫੀ ਮੰਗਣੀ ਪਈ ਸੀ ਤੇ ਅਮਨ ਕਾਨੂੰਨ ਜਿਹੜਾ ਠੀਕ ਠਾਕ ਹੀ ਰਿਹਾ। ਪਰ ਇਸ ਵੇਲੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਕੋਈ ਵੀ ਅਜਿਹਾ ਬਿਆਨ ਨਹੀਂ ਹੈ ਕਿ ਜੇ ਲਾਰੈਂਸ ਬਿਸ਼ਨੋਈ ਨੇ ਜ਼ਿੰਮੇਵਾਰੀ ਫੇਸਬੁੱਕ ਪੇਜ 'ਤੇ ਲਈ ਹੈ, ਗੋਲਡੀ ਬਰਾੜ ਦਾ ਨਾਂ ਲੈ ਕੇ ਉਹਨੇ ਜ਼ਿੰਮੇਵਾਰੀ ਲਈ ਕਿ ਕਤਲ ਅਸੀਂ ਕਰਵਾਇਆ, ਤੇ ਬਿਸ਼ਨੋਈ ਨੂੰ ਅਜੇ ਤੱਕ ਸਰਕਾਰੀ ਸਿਸਟਮ ਦੇ ਥਰੂ ਜੋ ਵੀ ਕਾਨੂੰਨੀ ਪ੍ਰਕਿਰਿਆ ਉਹਦੇ ਲਈ ਜਵਾਬਦੇਹ ਬਣਾਉਣ ਲਈ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆ ਰਹੀ, ਕੋਈ ਬੋਲ ਹੀ ਨਹੀਂ ਰਿਹਾ। ਹੁਣ ਵੇਖੋ, ਮੈਂ ਅੱਜ ਹੀ ਅਖਬਾਰ 'ਚ ਪੜ੍ਹ ਰਿਹਾ ਹੈਗਾ ਕਿ ਜਿੱਦਾਂ ਪੰਜਾਬ ਦੇ ਵਿੱਚ ਇੱਦਾਂ ਦੀਆਂ ਵਾਰਦਾਤਾਂ ਹੋਣ ਦੇ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਨੇ। ਕਿਤੇ ਇਹੋ ਜਿਹੀ ਘਟਨਾ ਯੂਪੀ ਦੇ ਵਿੱਚ ਅਸੰਭਵ ਹੈ ਕਿ ਕੋਈ ਇੱਦਾਂ ਦੀ ਘਟਨਾ ਕਰੇ ਤੇ ਸੋਸ਼ਲ ਮੀਡੀਆ 'ਤੇ ਪਾ ਕੇ ਤੇ ਉਹਦਾ ਜ਼ਿੰਮੇਵਾਰੀ ਲਵੇ। ਮਤਲਬ ਉੱਥੇ ਜਿਹੜਾ ਯੋਗੀ ਸਰਕਾਰ ਆ ਉਹ ਇਸ ਮਾਮਲੇ ਦੇ ਵਿੱਚ ਬੜਾ ਸਖਤ ਹੈ। ਹੁਣ ਅਸੀਂ ਤਾਂ ਕਦੀ ਗਏ ਨਹੀਂ, ਸਾਡੇ ਕਈ ਸੱਜਣ ਮਿੱਤਰ ਯੂਪੀ ਜਾਂਦੇ ਆ ਔਰ ਉਹ ਇਹ ਗੱਲ ਮੰਨਦੇ ਆ ਵੀ ਉੱਥੇ ਗੁੰਡਾ ਕਲਚਰ ਨੂੰ ਨੱਥ ਪੈ ਗਈ, ਕਿਸੇ ਦੀ ਹਿੰਮਤ ਨਹੀਂ ਗਈ ਵੀ ਕੋਈ ਪੁੱਛ ਸਕੇ। ਤੇ ਸਰਕਾਰ ਤੇ ਜਿਹੜੀ ਆ ਉਹ ਡੰਡੇ ਨਾਲ ਚੱਲਦੀ ਆ, ਤੇ ਇਹ ਡੰਡਾ ਭਰਿਆ ਮਾਨਸਾਂ ਦੇ ਕੁੱਡਿਆਂ 'ਚ ਨਾ ਬਚੇ, ਇਹ ਡੰਡਾ ਬਦਮਾਸ਼ੀ ਰੋਕਣ ਲਈ ਬਚੇ, ਇਹ ਡੰਡਾ ਇਸ ਸਿਸਟਮ ਨੂੰ ਸੂਤਰ ਕਰਨ ਲਈ ਬਚੇ, ਪਰ ਇਹ ਡੰਡਾ ਤੇ ਭਲਿਆ ਮਾਨਸਾਂ ਦੀਆਂ ਮੋਹਰਾਂ ਸੇਕਣ 'ਤੇ ਲੱਗ ਗਿਆ। ਤੇ ਇਸ ਕਰਕੇ ਇਸ ਡੰਡੇ ਦੀ ਮਾਰ ਬਹੁਤੀ ਝੱਲੀ ਨਹੀਂ ਜਾਣੀ। ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹੋ ਜਿਹੇ ਹਾਲਾਤ ਜਿਹੜੇ ਨੇ ਪੰਜਾਬ ਦੇ, ਉਹ ਪੰਜਾਬ ਵਾਸਤੇ ਸਾਰਥਕ ਸਿੱਧ ਨਹੀਂ ਹੋਣਗੇ। ਇਸ ਕਰਕੇ ਆਪਣੇ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਕਰਕੇ ਅਜਿਹੀਆਂ ਘਟਨਾਵਾਂ ਤੋਂ ਸਬਕ ਸਿੱਖ ਕੇ ਭਵਿੱਖ ਨੂੰ ਸੁਰੱਖਿਅਤ ਕੀਤਾ। ਸੋ ਇੱਕ ਤੇ ਗੱਲ ਕਰਨ ਲੱਗਿਆ ਹੁਣ ਕਈ ਵਾਰੀ ਸੋਚਣਾ ਪੈਂਦਾ ਕਿ ਲੋਕ ਥੱਲੇ ਆਪਣੀ ਰਾਏ ਦੇਣ ਲੱਗੇ, ਇੱਕ ਵਾਰੀ ਸੋਚਦੇ ਨਹੀਂ ਹੈ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ ਜਾਂ ਇਹਦਾ ਸਿੱਟਾ ਕੀ ਨਿਕਲਦਾ। ਸੋ ਮੈਂ ਚਾਹੁੰਦਾ ਕਿ ਜਿਹੜੇ ਸਾਡੇ ਪੰਜਾਬ ਦੇ ਗਾਇਕ ਨੇ ਨਾ, ਇਹਨਾਂ ਦੀ ਬੜੀ ਵੱਡੀ ਦੇਣ ਹੈ ਸਮਾਜ ਦੀ ਸਿਰਜਣਾ ਦੇ ਵਿੱਚ, ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਨੌਜਵਾਨੀ ਦੇ ਵੇਗ 'ਚ ਵਹਿ ਕੇ ਇਹਨਾਂ ਨੂੰ ਸੁਣਦੀ ਹੈ ਅਤੇ ਉਸ ਤਰ੍ਹਾਂ ਦੇ ਬਣਨਾ ਵੀ ਲੋਚਦੀ ਹੈ ਜਿਸ ਤਰ੍ਹਾਂ ਦਾ ਪਾਤਰ ਸਿਰਜਦੇ ਆ। ਕਿ ਗਨ ਕਲਚਰ ਨੂੰ ਪਾਸੇ ਕੀਤਾ ਜਾਣਾ ਚਾਹੀਦਾ, ਪੰਜਾਬੀ ਅਮੀਰ ਵਿਰਸੇ ਦੀ ਜਿਹੜੀ ਆ ਬਾਤ ਪਾਉਂਦੀਆਂ ਤਸਵੀਰਾਂ ਜਾਂ ਉਹੋ ਜਿਹੇ ਗੀਤ ਪੇਸ਼ ਕੀਤੇ ਜਾਣੇ ਚਾਹੀਦੇ ਆ। ਕਿਉਂਕਿ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਮੈਨੂੰ ਯਾਦ ਹੈ ਕਿ ਪਹਿਲਾਂ ਹਨੀ ਸਿੰਘ ਇੱਥੇ ਰੈਪਰ ਹੁੰਦਾ, ਬੜਾ ਮਸ਼ਹੂਰ ਸੀ, ਅਜੇ ਵੀ ਥੋੜ੍ਹਾ ਬਹੁਤਾ ਉਹਦਾ ਹੁੰਦਾ ਹੈ, ਉਹਨੇ ਨਸ਼ਿਆਂ ਨੂੰ ਬਹੁਤ ਪ੍ਰਮੋਟ ਕੀਤਾ ਅਤੇ ਨਸ਼ਿਆਂ ਦੀ ਦਲਦਲ ਦੇ ਵਿੱਚ ਕਹਿੰਦੇ ਆ ਕਿ ਉਹ ਆਪ ਫਸ ਗਿਆ। ਜੋ ਲੋਕਾਂ ਦਾ ਕਹਿਣਾ ਹੈ ਕਿ ਕਾਫੀ ਹੱਦ ਤੱਕ ਜਿਹੜਾ ਆ ਉਹਨੇ ਆਪਣਾ ਸਮਾਂ ਖਰਾਬ ਕੀਤਾ। ਅਤੇ ਸਿੱਧੂ ਸਾਹਿਬ ਨੇ, ਮੂਸੇਵਾਲਾ ਸਾਹਿਬ ਨੇ ਗਨ ਕਲਚਰ ਨੂੰ ਬੜਾ ਪ੍ਰਮੋਟ ਕੀਤਾ, ਆਪਣੇ ਗਾਣੇ 'ਚ ਇੱਕ ਨਵੀਂ ਜਿਹੜੀ ਪਿਰਤ ਪਾਈ ਆ। ਉਹਦੇ ਪ੍ਰਸ਼ੰਸਕ ਇਹ ਵੀ ਕਹਿੰਦੇ ਆ ਕਿ ਉਹਨੇ ਕੁੜੀਆਂ ਦੀ ਨੁਮਾਇਸ਼ ਨਹੀਂ ਕੀਤੀ, ਉਹਨੇ ਨਸ਼ਿਆਂ ਦੀ ਨੁਮਾਇਸ਼ ਨਹੀਂ ਕੀਤੀ। ਅਤੇ ਗਨ ਕਲਚਰ ਦੀ ਕਿਹੜੀ ਗੱਲ ਆ, ਜਿਹੜੇ ਹਥਿਆਰ ਨੇ ਸਾਡੇ ਪੀਰ ਨੇ, ਜੋ ਵੀ ਜਿਸ ਤਰ੍ਹਾਂ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਜਦੋਂ ਕਿਸੇ ਨੂੰ ਸਹੀ ਸਿੱਧ ਕਰਨਾ ਹੋਵੇ, ਤਾਂ ਮੇਰੇ ਖਿਆਲ ਨਾਲ ਜਿਨ੍ਹਾਂ ਰਸ਼ੀਅਨ ਗੰਨਾਂ ਦੀ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ 'ਚ ਗੱਲ ਕਰਦਾ ਹੁੰਦਾ ਸੀ, ਵਡਿਆਉਂਦਾ ਹੁੰਦਾ ਸੀ, ਉਹਦੀ ਮੌਤ ਦਾ ਕਾਰਨ ਵੀ ਉਹੀ ਬਣੇ ਨੇ। ਅਤੇ ਸੋ ਜਿਸ ਤਰ੍ਹਾਂ ਦਾ ਹੀ ਮਾਹੌਲ ਸਿਰਜਿਆ, ਕਿਤੇ ਨਾ ਕਿਤੇ ਸਾਨੂੰ ਉਹਦਾ ਸਾਹਮਣਾ ਕਰਨਾ ਪੈਂਦਾ। ਅਤੇ ਕਿਉਂ ਨਾ ਹੋਵੇ ਕਿ ਅਸੀਂ ਸਮਾਜ ਹੀ ਅਜਿਹਾ ਸਿਰਜੀਏ ਕਿ ਨੌਜਵਾਨ ਜਿਹੜੇ ਉਹ ਸਾਡੇ ਗੀਤ ਸੁਣ ਕੇ, ਸਾਡੇ ਨਾਲ ਜੁੜ ਕੇ ਉਹ ਚੰਗੇ ਪਾਸੇ ਨੂੰ ਜਾਣ। ਹੁਣ ਜਦੋਂ ਉਹਦਾ ਕਤਲ ਹੋਇਆ ਤਾਂ ਕਹਿੰਦੇ ਕਿਸੇ ਨੇ ਗੱਡੀ ਤੱਕ ਵੀ ਨਹੀਂ ਦਿੱਤੀ, ਲੋਕ ਵੀਡੀਓ ਬਣਾਉਂਦੇ ਰਹੇ ਕਿ ਜਿਸ ਤਰ੍ਹਾਂ ਦਾ ਕਲਚਰ ਸਿਰਜਿਆ ਸੀ
ਉਸ ਤਰ੍ਹਾਂ ਦਾ ਕਲਚਰ ਉੱਥੇ ਜਿਹੜਾ ਹੈ ਬਣ ਗਿਆ ਮਾਹੌਲ, ਤੇ ਉਹਦੀ ਦੇਰੀ ਹੋਣ ਕਾਰਨ ਵੀ ਮੌਤ ਹੋ ਗਈ। ਦੇਖੋ ਕਾਮਰੇਡ ਲੈਨਨ ਨੇ ਨਾ ਇਹ ਗੱਲ ਕਹੀ ਸੀ ਕਿ ਤੁਸੀਂ ਮੈਨੂੰ ਕਿਸੇ ਦੇਸ਼ ਦੇ ਕਿਸੇ ਸੂਬੇ ਦੇ ਲੋਕ ਗੀਤ ਦੱਸ ਦਿਓ, ਮੈਂ ਤੁਹਾਨੂੰ ਉਹਨਾਂ ਲੋਕਾਂ ਦਾ ਭਵਿੱਖ ਦੱਸ। ਅਤੇ ਜਿਹੜੇ ਸਾਡੇ ਲੋਕ ਗੀਤ ਅੱਜ ਲੋਕਾਂ ਦੀ ਜ਼ੁਬਾਨ ਦੇ ਉੱਤੇ ਚੜ੍ਹ ਰਹੇ, ਜਦੋਂ ਉਹਦੇ ਵਿੱਚ ਇਸ ਤਰ੍ਹਾਂ ਹਿੰਸਾ ਨੂੰ ਪ੍ਰਮੋਟ ਕੀਤਾ ਜਾਵੇ ਤਾਂ ਉਹਦੇ ਸਿੱਟੇ ਚੰਗੇ ਨਹੀਂ ਲੱਗਦੇ। ਕਲਾ ਇਹਨਾਂ ਕਲਾਕਾਰਾਂ ਦੇ ਵਿੱਚ ਹੈਗੀ ਜਿਹਦੇ ਕਰਕੇ ਇਹ ਹਾਈਲਾਈਟ ਹੋ ਜਾਂਦੇ। ਮੈਂ ਵਾਰਸਾ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹ ਸਿੱਧੂ ਮੂਸੇਵਾਲੇ ਬਾਰੇ ਉਹਦੀ ਘਟਨਾ ਵਾਪਰ ਜਾਣ ਤੋਂ ਬਾਅਦ ਕੁਝ ਪੜ੍ਹਨ ਦਾ ਸੁਣਨ ਦਾ ਚੇਸ਼ਟਾ ਜਾਗੀ, ਕੁਝ ਖੇਚਲ ਕੀਤੀ ਅਤੇ ਵੇਖਿਆ ਵੀ ਇਹ ਬੜੀ ਛੋਟੀ ਉਮਰ ਦੇ ਵਿੱਚ ਬੜੀ ਛੇਤੀ ਇਹਨੇ ਕਾਮਯਾਬੀ ਦੀਆਂ ਮੰਜ਼ਿਲਾਂ ਨੂੰ ਸਰ ਕੀਤਾ। 93 ਦਾ ਅਤੇ ਸ਼ਾਇਦ ਇਹਦਾ ਸਾਰਾ ਕਰ 17 'ਚ ਸਟਾਰਟ ਹੋਇਆ ਸੀ, 5 ਸਾਲ ਦਾ ਸਫ਼ਰ ਹੈ। ਉਹ ਨਾ ਉਹਨੂੰ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਨੀ ਆਉਂਦੀ, ਅਤੇ ਉਹ ਇਹਦੇ ਜਿਹੜੇ ਆ ਰੈਪ ਰੂਪ ਜਿਹੇ ਨੇ ਉਹਨੂੰ ਜ਼ਬਾਨੀ ਯਾਦ ਹੋਏ। ਅਤੇ ਮੈਂ ਹੈਰਾਨ, ਮੈਂ ਉਹਨੂੰ ਪੁੱਛਾਂ ਉਹ ਯਾਰ ਕੀ ਤੂੰ ਬੋਲੀ ਜਾਂਦਾ, ਗੱਲਾਂ ਜੀਆਂ ਕਰੀ ਇੱਧਰ ਉੱਧਰ ਦੀਆਂ, ਉਹ 'ਚੋਂ ਕੋਈ ਗਲਤ ਬੋਲੀ ਜਾਏ ਕੋਈ ਠੀਕ ਬੋਲੀ ਜਾਂਦਾ, ਉਹ ਬਾਅਦ 'ਚ ਪਤਾ ਲੱਗਾ ਜੀ ਸਿੱਧੂ ਮੂਸੇਵਾਲੇ। ਮਤਲਬ ਉਹ ਬੱਚਿਆਂ ਦੀ ਜ਼ਬਾਨ ਦੇ ਉੱਤੇ ਚੜ੍ਹ ਜਾਂਦੇ, ਜ਼ਬਾਨ ਦੇ ਉੱਤੇ ਚੜ੍ਹਦੇ ਆ, ਉਹਨਾਂ ਦੇ ਮਾਈਂਡ ਦੇ ਵਿੱਚ ਜਾਂਦੇ ਨੇ, ਦਿਮਾਗ ਦੇ ਵਿੱਚ ਘਰ ਕਰਦੇ ਨੇ, ਫਿਰ ਉਹਨਾਂ ਦੀ ਸੋਚਣੀ ਬਦਲਦੀ ਹੈ। ਜਦੋਂ ਉਹਨਾਂ ਦੀ ਸੋਚਣੀ ਬਦਲਦੀ ਆ ਅਤੇ ਇਸ ਗਨ ਕਲਚਰ ਦੇ ਨਾਲ ਦੇਖੋ ਜਿਹੜੀ ਪੁਰਾਣੀ ਸਾਡੇ ਹਥਿਆਰਾਂ ਦੀ ਰਵਾਇਤ ਹੈ ਨਾ, ਸਾਡੇ ਹਥਿਆਰ ਹਮੇਸ਼ਾ ਆਪਣੀ ਅਤੇ ਮਜ਼ਲੂਮ ਦੀ ਰੱਖਿਆ ਵਾਸਤੇ ਚੁੱਕੇ ਜਾਂਦੇ, ਕਦੇ ਕਿਸੇ ਨੂੰ ਡਰਾਉਣ ਵਾਸਤੇ ਜਾਂ ਕਿਸੇ 'ਤੇ ਪ੍ਰਭਾਵ ਪਾ ਕੇ ਇੰਪਰੈਸ ਕਰਨ ਵਾਸਤੇ ਇਹਨਾਂ ਨੂੰ ਅੱਜ ਤੱਕ ਕਦੀ ਸਾਡੇ ਇਤਿਹਾਸ ਦੇ ਵਿੱਚ ਹਵਾਲੇ ਨੇ, ਕਿਉਂਕਿ ਅਸੀਂ ਸਰਹੱਦ 'ਤੇ ਵਸਣ ਵਾਲੇ ਲੋਕ ਹਾਂ। ਔਰ ਅਸੀਂ ਸਾਡਾ ਆਮ ਹੀ ਕਲਚਰ ਆ ਕਿ ਕਹਿ ਦੇਣਗੇ ਅਸੀਂ ਚੂੜੀਆਂ ਤਾਂ ਨਹੀਂ ਪਾ ਕੇ ਬੈਠੇ, ਚੂੜੀਆਂ ਨਹੀਂ ਪਾਈਆਂ ਅਤੇ ਹੱਥਾਂ 'ਚ ਹਥਿਆਰ ਹੀ ਹੁੰਦੇ ਨੇ। ਪਰ ਇਹ ਹੱਥਾਂ ਦੇ ਹਥਿਆਰ ਜਿਹੜੇ ਨੇ ਕਿਸੇ ਨੂੰ ਡਰਾਉਣ ਵਾਸਤੇ ਜਾਂ ਕਿਸੇ ਦੇ ਉੱਤੇ ਪ੍ਰਭਾਵ ਪਾ ਕੇ ਆਪਣੀ ਧੌਂਸ ਜਮਾਉਣ ਵਾਸਤੇ ਨਹੀਂ ਹੁੰਦੇ, ਆਪਣੀ ਅਤੇ ਮਜ਼ਲੂਮ ਦੀ ਰੱਖਿਆ ਵਾਸਤੇ ਸਾਡੇ ਗੁਰੂਆਂ ਪੀਰਾਂ ਨੇ, ਵੱਡਿਆਂ ਵਡੇਰਿਆਂ ਨੇ ਜੰਗਾਂ ਲੜੀਆਂ, ਹਥਿਆਰ ਰੱਖੇ ਨੇ, ਔਰ ਇਹ ਸਾਡੇ ਜੀਵਨ ਦਾ ਅੰਗ ਸਨ, ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਹੈਗੇ ਨੇ। ਔਰ ਜਿੱਦਾਂ ਦੀ ਸਾਡੀਆਂ ਪਰਿਸਥਿਤੀਆਂ ਬਣੀਆਂ ਨੇ, ਭਵਿੱਖ ਵਿੱਚ ਵੀ ਸਾਨੂੰ ਇਹਨਾਂ ਦਾ ਸਹਾਰਾ ਲੈਣਾ ਪਊ। ਪਰ ਇਹਨਾਂ ਨੂੰ ਰੱਖਣ ਵਾਸਤੇ ਪਹਿਲਾਂ ਸਾਨੂੰ ਦਿਮਾਗੀ ਤੌਰ 'ਤੇ, ਜ਼ਿਹਨੀ ਤੌਰ 'ਤੇ ਮੈਂਟਲੀ ਪ੍ਰਪੇਅਰ ਹੋਣਾ ਪਊ। ਆਪਣੀ ਨੌਜਵਾਨ ਪੀੜ੍ਹੀ ਨੂੰ ਮੈਂਟਲੀ ਪ੍ਰਪੇਅਰ ਕਰੋ ਕਿ ਇਹਨੂੰ ਰੱਖਣਾ ਕਿਵੇਂ, ਔਰ ਉਹਨਾਂ ਨੂੰ ਮੈਂਟਲੀ ਪ੍ਰਪੇਅਰ ਕਰਨ ਵਿੱਚ ਜਿਹੜੇ ਸਾਡੇ ਗੀਤ ਨੇ ਬਹੁਤ ਵੱਡਾ ਯੋਗਦਾਨ ਹੈ। ਜਿਹੜੇ ਸਾਡੇ ਗੀਤਾਂ ਦੇ ਲਿਖਾਰੀ ਨੇ, ਜਿਹੜੇ ਸਾਡੇ ਗੀਤਾਂ ਦੇ ਗੀਤਕਾਰ ਨੇ, ਪੇਸ਼ਕਾਰ ਨੇ, ਸਿੰਗਰ ਨੇ, ਇਹਨਾਂ ਸਾਰਿਆਂ ਨੂੰ ਸੁਚੇਤ ਰੂਪ ਵਿੱਚ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਕਿ ਆਪਣੀ ਨੌਜਵਾਨ ਪੀੜ੍ਹੀ ਨੂੰ ਕੋਈ ਨਿੱਘਰ ਰਾਹਾਂ ਪੈੜਾਂ ਦਿਓ ਜਿਨ੍ਹਾਂ ਦੇ ਉੱਤੇ ਉਹ ਚੱਲ ਕੇ ਜੀਵਨ ਦੇ ਵਿੱਚ ਕਾਮਯਾਬ ਹੋ ਸਕਣ। ਇਹ ਕਲਚਰ ਕੋਈ ਕਲਚਰ ਨਹੀਂ ਜਿਹੜਾ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਤੁਸੀਂ ਲੈਂਦੇ ਹੋ, ਔਰ ਇਹਨਾਂ ਦੇ ਸਿੱਟੇ ਜਿਹੜੇ ਆ ਭਿਆਨਕ ਰੂਪ 'ਚ ਨਿਕਲਦੇ ਆ। ਚਾਹੇ ਉਹਦਾ ਸ਼ਿਕਾਰ ਕੋਈ ਤਗੜਾ ਹੋ ਜਾਏ, ਕੋਈ ਮਾੜਾ ਹੋ ਜਾਏ, ਪਰ ਉਹਦੇ ਪਰਿਵਾਰ ਨੂੰ ਜਾਂ ਉਹਦੇ ਇਰਦ ਗਿਰਦ ਵਾਲਿਆਂ ਨੂੰ ਜੋ ਉਹਦਾ ਦੁੱਖ ਪਹੁੰਚਦਾ, ਜਿਹੜਾ ਉਹਨਾਂ ਨੂੰ ਸੱਟ ਵੱਜਦੀ ਆ, ਉਹ ਬਿਆਨ ਤੋਂ ਬਾਹਰੀ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਵੱਖਰੀ ਵੱਖਰੀ ਪੱਧਰ ਦੇ ਉੱਤੇ ਸੋਚ ਕੇ ਇਹਦੇ ਵਿੱਚ ਕੁਝ ਨਾ ਕੁਝ ਸੁਧਾਰ। ਇਹ ਸੋ ਹੋ ਸਕਦਾ ਸਿੱਧੂ ਮੂਸੇਵਾਲੇ ਦੇ ਗੀਤਾਂ 'ਚ ਕੋਈ ਅਜਿਹੀ ਖਿੱਚ ਹੋਵੇ ਜਿਹੜਾ ਉਸ ਸਰਹੱਦ ਤੋਂ ਪਾਰ ਉਰਦੂ ਦੇ ਦਾਇਰੇ 'ਚ ਰਹਿੰਦੇ ਜਿਹੜੇ ਬੱਚੇ ਨੌਜਵਾਨ ਸਨ, ਉਹਨਾਂ ਦੇ ਘਰੀ ਵੀ ਜਾ ਵੜਿਆ ਸੀ, ਅਤੇ ਪਾਕਿਸਤਾਨ ਵਾਲੇ ਵੀ ਉਹਨੂੰ ਜਿਹੜਾ ਲਾਈਕ ਕਰਦੇ ਸੀ। ਪਾਕਿਸਤਾਨ ਵਾਲੇ ਵੀ ਵੇਖੇ ਨੇ ਬੱਚੇ, ਉਹਨਾਂ ਦਾ ਰੈਪ ਕਰਦੇ ਰੋਂਦੇ ਵੇਖੇ ਨੇ, ਉਹਨਾਂ ਦੇ ਨੌਜਵਾਨ ਲੜਕੀਆਂ ਲੜਕੇ ਜਿਹੜੇ ਨੇ ਬੜੇ ਉਹਦੇ ਫੈਨ ਨੇ। ਔਰ ਜਿਹੜੇ ਅਫਰੀਕਨ ਲੋਕ ਨੇ ਜਿਨ੍ਹਾਂ ਨੂੰ ਸਾਡੀ ਸਮਝ ਵੀ ਨਹੀਂ, ਉਹ ਵੀ ਉਹਦੇ ਮਿਊਜ਼ਿਕ ਦੇ ਉੱਤੇ, ਰੈਪ ਉਹਦੀ ਬੀਟ ਦੇ ਉੱਪਰ ਬੀਟ ਦੇ ਉੱਤੇ ਥਿਰਕਦੇ ਨਜ਼ਰ ਆਉਂਦੇ ਨੇ। ਨਹੀਂ, ਇਹ ਮੰਨਣਾ ਪਏਗਾ ਕਿ ਅਸਰ ਗਾਇਕੀ ਜਿਹੜੀ ਅਸਰ ਕਰਦੀ ਹੈ, ਘਰ ਦੀ ਅੰਦਰ ਬੰਦੇ ਦੇ ਅਸਰ ਹੁੰਦੀ, ਤੇ ਬੰਦਾ ਉਹੋ ਜਿਹਾ ਬਣਨਾ ਲੋਚਦਾ। ਸੋ ਇਸ ਕਰਕੇ ਹੁਣ ਇਹ ਜਿਹੜੀ ਵਿਚਾਰ ਚਰਚਾ ਹੈ, ਇਹਨੂੰ ਵਿਸ਼ਰਾਮ 'ਤੇ ਕਿਤੇ ਨਹੀਂ ਲਾਇਆ ਜਾ ਸਕਦਾ, ਕਿਉਂਕਿ ਬੜੀਆਂ ਲੰਬੀਆਂ ਗੱਲਾਂ ਨੇ। ਇਹ ਦੁਖਾਂਤ ਹੈ ਸਾਡੇ ਪੰਜਾਬ ਦਾ। ਹੁਣ ਅੱਜ ਦੀ ਵਿਚਾਰ ਚਰਚਾ ਨੂੰ ਕਿਹਦੇ ਸਿਰ ਬੰਨ੍ਹ ਕੇ ਮੁਕਾਈਏ ਕਿ ਇਹ ਜੇ ਇਸ ਤਰ੍ਹਾਂ ਹੀ ਨੌਜਵਾਨ ਕਤਲ ਹੁੰਦੇ ਰਹੇ, ਇਸ ਤਰ੍ਹਾਂ ਹੀ ਇਹ ਸ਼ਰੇਆਮ ਇਸ ਤਰ੍ਹਾਂ ਮੁਕਾਬਲੇ ਬਣਾਏ ਜਾਂਦੇ ਰਹੇ, ਕਿਉਂਕਿ ਮੈਨੂੰ ਕੁਝ ਬਦਲਿਆ ਇਸ ਕਰਕੇ ਨਹੀਂ ਲੱਗਦਾ। ਪਹਿਲਾਂ ਜਦੋਂ ਅਸੀਂ ਛੋਟੇ ਸੁਣਦੇ ਹੁੰਦੇ ਹਾਂ ਕਿ ਖਾੜਕੂ ਟਾਈਮ ਸੀ, ਸਰਕਾਰੀ ਅੱਤਵਾਦ ਸੀ ਜਾਂ ਗੈਰ ਸਰਕਾਰੀ ਅੱਤਵਾਦ ਸੀ, ਤਾਂ ਬੜੇ ਨੌਜਵਾਨ ਜਿਹੜੇ ਆ ਉਹ ਦਿਨ ਦਿਹਾੜੇ ਕਤਲ ਕੀਤੇ ਗਏ। ਇੱਕ ਪਿੰਡ ਦੱਸਦੇ ਹੁੰਦੇ ਆ ਕਿ ਉੱਥੇ 21 ਕਿ 22-23 ਸਾਲ ਜਾਨੀ ਨਹੀਂ ਚੜੀ, ਕਿਉਂਕਿ ਸਾਰੇ ਹੀ ਮੁੰਡੇ ਮਾਰ ਦਿੱਤੇ। ਨਵਾਂ ਮੁੰਡਾ ਕੋਈ ਜਨਮੇਗਾ ਅਤੇ ਉਹ 20-22 ਸਾਲ ਦਾ ਹੋਏਗਾ, ਕਹਿੰਦੇ 22 ਸਾਲ ਤੱਕ ਉੱਥੇ ਕਿਤੇ ਸਿਰਾ ਨਹੀਂ ਵੱਜਾ ਕਿਸੇ ਦੇ ਸਿਰ। ਫਿਰ ਉਸ ਤੋਂ ਬਾਅਦ ਨਸ਼ਿਆਂ ਦਾ ਦੌਰ ਚੱਲਿਆ, ਅਤੇ ਨਸ਼ਿਆਂ ਨੇ ਵੀ, ਚਿੱਟੇ ਸਮੈਕ ਨੇ ਵੀ ਪਿੰਡਾਂ ਦੇ ਪਿੰਡ ਜਿਹੜੇ ਆ ਨੌਜਵਾਨੀ ਦੇ ਗਰ ਕਰ ਦਿੱਤੇ। ਹੁਣ ਉਹ ਤੋਂ ਤੀਸਰੀ ਜੰਗ ਇਹ ਆ ਗਈ ਜੀ, ਉਹ ਤੋਂ ਥੋੜ੍ਹਾ ਬਹੁਤਾ ਲੋਕ ਸੰਭਲੇ ਨੇ ਨਾ ਕਿਤੇ ਕਿ ਸਾਡਾ ਇਹ ਨੁਕਸਾਨ ਕਰਦਾ ਹੈ ਨਸ਼ਾ। ਤਾਂ ਇਹ ਹੁਣ ਜਿਹੜੀਆਂ ਗੈਂਗਵਾਰਾਂ ਨੇ, ਜਿਹੜਾ ਗਨ ਕਲਚਰ ਹੈ, ਇਹ ਸਾਡੇ ਨੌਜਵਾਨਾਂ ਨੂੰ ਖਾਈ ਜਾ ਰਿਹਾ। ਹੁਣ ਕੀ ਕਰੀਏ ਵਿਚਾਰ ਚਰਚਾ ਨੂੰ ਕਿਹਦੇ ਸਿਰ ਬਣੀਏ? ਦੇਖੋ ਗੱਲ ਤਾਂ ਆ ਵੀ
ਇਹ ਜਿਹੜੀ ਵਿਚਾਰ ਚਰਚਾ ਹੈ ਬੜੀ ਲੰਮੀ ਹੈ, ਦੁਖਦ ਵੀ ਹੈ। ਦੁਖਦ ਇਸ ਕਰਕੇ ਆ ਕਿ ਜਿੱਥੇ ਨਾ ਚਾਹੁੰਦੇ ਹੋਏ ਇਹੋ ਜਿਹੇ ਕਲਚਰ ਨੂੰ ਪ੍ਰਮੋਟ ਕਰਕੇ ਨੌਜਵਾਨ ਪੀੜ੍ਹੀ ਨੂੰ ਉਸ ਪਾਸੇ ਨੂੰ ਕੀਤਾ ਗਿਆ, ਉੱਥੇ ਨਾਲ ਦੀ ਨਾਲ ਸਰਕਾਰੀ ਤੰਤਰ ਦੀ ਵੀ ਇੱਕ ਬਹੁਤ ਵੱਡੀ ਨਾਕਾਮੀ ਹੈ। ਔਰ ਸਰਕਾਰੀ ਪੱਧਰ ਦੇ ਉੱਤੇ ਇਸ ਨਾਕਾਮੀ ਨੂੰ ਦਰੁਸਤ ਕਰਕੇ ਪੰਜਾਬ ਦੇ ਮਾਹੌਲ ਨੂੰ ਠੀਕ ਕਰਨਾ ਚਾਹੀਦਾ। ਉੱਥੇ ਨਾਲ ਦੀ ਨਾਲ ਸਮਾਜ ਦੇ ਹਰ ਵਰਗ ਨੂੰ ਸੁਚੇਤ ਹੋ ਕੇ ਸਮਾਜ ਨੂੰ ਨਿੱਘਰ ਤੇ ਨਰੋਈ ਸੇਧ ਦੇ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਚੰਗੇ ਭਵਿੱਖ ਵੱਲ ਤੋਰਨ ਦੇ ਵਾਸਤੇ ਯਤਨ ਕਰਨੇ ਚਾਹੀਦੇ ਨੇ। ਇਸ ਵਿਚਾਰ ਚਰਚਾ ਨੂੰ ਮੇਰਾ ਖਿਆਲ ਹੈ ਇੱਥੇ ਹੀ ਅਸੀਂ ਵਿਰਾਮ ਦਈਏ, ਕਿਉਂਕਿ ਇਹ ਦੁਖਦ ਘਟਨਾ ਹੈ। ਔਰ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਅਸੀਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਚੈਨਲ ਵੱਲੋਂ ਹਮਦਰਦੀ ਪ੍ਰਗਟ ਕਰਦੇ ਹਾਂ, ਉੱਥੇ ਨਾਲ ਦੀ ਨਾਲ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਉਸ ਨੂੰ ਆਪਣੇ ਚਰਨਾਂ 'ਚ ਸਦੀਕਤਾ ਲਈ ਨਿਵਾਸ ਬਖਸ਼ਿਸ਼ ਕਰੇ, ਉਹਦੇ ਪਰਿਵਾਰ ਨੂੰ ਅਤੇ ਸੱਜਣਾ ਮਿੱਤਰਾਂ ਨੂੰ ਭਾਣੇ ਵਿੱਚ ਰਹਿ ਕੇ ਚੜ੍ਹਦੀ ਕਲਾ ਦਾ ਬਲ ਬਖਸ਼ਿਸ਼ ਕਰੇ, ਤਾਂ ਕਿ ਸਮਾਜ ਵਾਸਤੇ ਪਿੱਛੇ ਜੋ ਕੁਝ ਹੋਇਆ ਉਹਨੂੰ ਚੰਗੀ ਤਰ੍ਹਾਂ ਮੁਲਾਂਕਣ ਕਰਕੇ ਕੋਈ ਪੋਜ਼ੀਟਿਵ ਪੱਖ ਲੈ ਕੇ ਸਮਾਜ 'ਚ ਅੱਗੇ ਵੱਧ ਸਕੇ। ਸੋ ਦੋਸਤੋ, ਮੂਸੇਵਾਲਾ ਦੇ ਕਤਲ ਦੀ ਭਾਈ ਸਾਹਿਬ ਨੇ ਵੀ ਨਿੰਦਾ ਕੀਤੀ ਆ, ਔਰ ਮੈਂ ਵੀ ਸ਼ਾਮਲ ਹੁੰਦਾ ਕਿ ਬਹੁਤ ਮਾੜੀ ਜਿਹੀ ਮੰਦਭਾਗੀ ਘਟਨਾ ਹੈ। ਸੋ ਮੂਸੇਵਾਲਾ ਦੇ ਗੀਤਾਂ ਨਾਲ ਮੈਨੂੰ ਕੋਈ ਬਹੁਤਾ ਲਗਾਅ ਨਹੀਂ ਸੀ, ਨਾ ਹੀ ਕਿਸੇ ਹੋਰ ਕਲਾਕਾਰ ਦੇ ਗੀਤਾਂ ਨਾਲ ਲਗਾਅ ਹੈ, ਪਰ ਕੁਝ ਗੱਲਾਂ ਚੰਗੀਆਂ ਲੱਗਦੀਆਂ ਸੀ ਜਿਨ੍ਹਾਂ ਨੂੰ ਕਈ ਵਾਰੀ ਅਸੀਂ ਆਪਣੇ 'ਤੇ ਢੁਕਾ ਕੇ ਵੇਖ ਲੈਂਦੇ ਨੇ ਅਤੇ ਰੀਲ ਬਣਾ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਸੀ। ਸੋ ਸਾਰੇ ਪੰਜਾਬ ਵਾਸਤੇ ਕਿ ਜਿੱਥੇ ਜਿੱਥੇ ਵੀ ਵਿਦੇਸ਼ਾਂ 'ਚ ਪੰਜਾਬੀ ਵਸਦੇ ਉਹਨਾਂ ਵਾਸਤੇ ਵੀ ਜਿਹੜੀ ਆ ਇਹ ਬੜੀ ਸੋਗ ਦੀ ਖਬਰ ਬਣ ਕੇ ਆਈ ਹੈ ਸਾਹਮਣੇ। ਸੋ ਆਸ ਕਰਦੇ ਹਾਂ ਕਿ ਕਿਸੇ ਵੀ ਮਾਂ ਦਾ ਪੁੱਤ ਅਜਿਹੀ ਕਿਸੇ ਵੀ ਹਾਦਸੇ ਦਾ ਸ਼ਿਕਾਰ ਨਾ ਹੋਵੇ ਕਿ ਜਿਹਦੇ ਲਈ ਉਮਰਾਂ ਤੀਕ ਰੋਣਾ ਬਣ ਕੇ ਸਾਡੇ ਗਲ ਪੈ ਜਾਵੇ। ਸੋ ਬੜੀ ਮੰਦਭਾਗੀ ਖਬਰ ਹੈ। ਇੱਥੇ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ। ਬਹੁਤ ਬਹੁਤ ਧੰਨਵਾਦ।